ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਅਲੈਕਮ ਅਦਾਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾਲ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच विच बहुत शुक्रिया जी। डॉक्टर साहब अज 7 अक्तूबर 2019 23 नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, Jadoo Box, Shava, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀਏ ਕਿ ਤੁਸੀਂ TV 84 ਦੀ ਲਾਈਵ ਸਟ੍ਰੀਮ ਜੇ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ YouTube ਤੇ ਵੀ ਦੇਖ ਸਕਦੇ ਹੋ। ਸੋ YouTube ਤੇ ਅੱਜ ਤੱਕ ਨਹੀਂ ਚੱਲ ਰਿਹਾ ਸੋ ਤੁਸੀਂ Facebook ਤੇ ਵੀ ਦੇਖ ਸਕਦੇ ਹੋ, ਆਨਲਾਈਨ ਸਟ੍ਰੀਮਿੰਗ ਤੇ ਵੀ ਤੁਸੀਂ ਦੇਖ ਸਕਦੇ ਹੋ। ਸੋ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਕੱਲੇ ਆਵੇ ਨਾਨਕਾ ਸੱਦੀ ਉੱਠੀ ਜਾਏ। ਸੋ ਅਨਬਲੀਵੇਬਲ ਟ੍ਰੈਜਡੀ ਜਿਹੜੀ ਕਿ ਪਹਿਲਾਂ ਤੇ ਸਿੱਖਾਂ ਨਾਲ ਵਾਪਰੀ ਜਿਸ ਤਰ੍ਹਾਂ ਕਿ ਸੰਦੀਪ ਸਿੰਘ ਧਾਲੀਵਾਲ ਹੋਰਾਂ ਦੀ ਜੋ ਟ੍ਰੈਜਡੀ ਜੋ ਵਾਪਰੀ ਹੈ ਉਹ ਤੱਕ ਸਾਡੇ ਦਿਲਾਂ ਵਿੱਚ ਤਾਜ਼ਾ ਹੈ। ਪਰ ਹੁਣ ਜੋ ਪਾਕਿਸਤਾਨ ਦੀ ਆਵਾਮ ਦੇ ਦਿਲਾਂ ਦੀ ਧੜਕਨ ਸੀਨੀਅਰ ਜਰਨਲਿਸਟ ਸਲੀਮ ਮਲਕ ਜੀ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਨੇ। ਅੱਜ ਦੁਪਹਿਰੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਮੈਂ ਆਪਣੀ ਨੀਂਦ ਤੋਂ ਜਾਗੀ ਸੋ ਮੈਨੂੰ ਰਜ਼ਾ ਰਜ਼ਾਕ ਜੀ ਹੋਰਾਂ ਨੇ ਮੈਸੇਜ ਭੇਜਿਆ ਕਿ ਸਲੀਮ ਮਲਕ ਜੀ ਨਹੀਂ ਰਹੇ। ਸੋ ਮੈਂ ਆਈ ਵਾਸ ਸੋ ਸ਼ੌਕਡ ਕਿ ਨੋ ਇੱਦਾਂ ਨਹੀਂ ਹੋ ਸਕਦਾ, ਤੁਸੀਂ ਝੂਠ ਬੋਲ ਰਹੇ ਹੋ। ਕਹਿੰਦੇ ਨਹੀਂ ਨੀਲਮ ਦਿਸ ਇਜ਼ ਰਿਐਲਿਟੀ ਕਿ ਉਹ ਅੱਜ ਦੁਪਹਿਰੇ ਹੀ ਉਹਨਾਂ ਨੂੰ ਹਾਰਟ ਅਟੈਕ ਆਇਆ। ਸੋ ਉਹ ਸਾਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਨੇ। ਉਹ ਬੜੇ ਹੀ ਚੰਗੇ ਇਨਸਾਨ ਸਨ, ਇਮਾਨਦਾਰ, ਹਾਰਡ ਵਰਕ ਔਰ ਸਿੱਖਾਂ ਦੇ ਦੋਸਤ ਸਨ ਔਰ ਉਹ ਜਦੋਂ ਵੀ ਆਉਂਦੇ ਸਨ ਬੜੇ ਐਡਮਾਇਰ ਸਨ ਕਿਉਂਕਿ ਉਹ ਵੀ ਜਿਸ ਤਰ੍ਹਾਂ ਕਿ TV 84 ਔਰ ਡਾਕਟਰ ਸਾਹਿਬ ਹਮੇਸ਼ਾ ਹੱਕ ਸੱਚ ਇਨਸਾਫ ਦੀ ਗੱਲ ਕਰਦੇ ਨੇ ਉਹ ਵੀ ਹੱਕ ਸੱਚ ਇਨਸਾਫ ਦੀ ਗੱਲ ਕਰਦੇ ਸਨ ਔਰ ਹਮੇਸ਼ਾ ਹੀ ਉਹ ਸਿੱਖਾਂ ਨਾਲ ਜੋ ਵੀ ਪ੍ਰੋਬਲਮ ਸਨ ਉਹ ਖੜੇ ਰਹਿੰਦੇ ਸਨ, ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਸਾਥ ਦਿੱਤਾ। ਸੋ ਅਸੀਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਔਰ ਪਿੱਛੇ ਜੋ ਪਰਿਵਾਰ ਜਿਸ ਤਰ੍ਹਾਂ ਕਿ ਉਹਨਾਂ ਦੀਆਂ 2 ਬੇਟੀਆਂ ਨੇ, ਇੱਕ ਬੇਟਾ ਹੈ, ਉਹਨਾਂ ਦੀ ਵਾਈਫ ਨੂੰ ਜੋ ਬਾਕੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਅਸੀਂ ਬਹੁਤ ਮਿਸ ਕਰਾਂਗੇ। ਇਹ ਬਹੁਤ ਵੱਡਾ ਪਾਕਿਸਤਾਨ ਦੀ ਆਵਾਮ ਨੂੰ ਤਾਂ ਘਾਟਾ ਹੈ ਹੀ ਹੈ, ਇਹ ਸਾਡੀ ਸਿੱਖ ਕੌਮ ਨੂੰ ਵੀ ਬਹੁਤ ਵੱਡਾ ਘਾਟਾ ਹੈ। ਸੋ ਹੁਣ ਅਸੀਂ ਆਪਣੇ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣੇ ਜੋ ਸਾਡਾ ਸਾਰਾ ਅੱਜ ਦਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੋਏਗਾ। ਸਪੈਸ਼ਲ ਜੋ ਐਂਡ ਵਾਲਾ ਜੋ ਆਪਣਾ ਸੈਕਸ਼ਨ ਹੁੰਦਾ ਹੈ ਸੈਗਮੈਂਟ ਹੁੰਦਾ ਹੈ ਉਸ ਵਿੱਚ ਵੀ ਅਸੀਂ ਉਹਨਾਂ ਨੂੰ ਯਾਦ ਕਰਾਂਗੇ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? What to say and what not to say. Yeah. ਬਾਬਾ ਫਰੀਦ ਸ਼ਕਰਗੰਜ ਉਹਨਾਂ ਦੀ ਬਾਣੀ ਉਹਨਾਂ ਦੇ ਕਲਾਮ ਨਾਲ ਮੈਂ ਗੱਲ ਸ਼ੁਰੂ ਕਰਦਾ ਜੀ। ਜਦੋਂ ਉਹ ਫਰਮਾਉਂਦੇ ਨੇ ਕਿ ਫਰੀਦਾ ਦਰਿਆਵੈ ਕੰਨੈ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿਤ ਨ ਚੇਤੇ ਸਨ ਸੇ ਗਾਲੀ ਰੱਬ ਕੀਆਂ। ਜੀ। ਦਰਿਆ ਦੇ ਕੰਢੇ ਬੈਠੇ ਨੇ ਬਾਬਾ ਫਰੀਦ, ਦੇਖ ਰਹੇ ਨੇ ਇੱਕ ਬਗਲਾ ਆਪਣੀ ਮਸਤੀ ਦੇ ਵਿੱਚ ਕਲੋਲਾਂ ਕਰ ਰਿਹਾ ਹੈ, ਕਦੇ ਮੱਛੀ ਨੂੰ ਫੜ ਲੈਂਦਾ ਹੈ, ਕਦੇ ਛੱਡ ਦਿੰਦਾ ਹੈ ਔਰ ਅਚਾਨਕ ਅਸਮਾਨ ਦੇ ਉੱਤੇ ਬਾਜ ਐਪੀਅਰ ਹੁੰਦਾ ਹੈ ਤੇ ਅੱਖ ਝਪਕਣ ਤੋਂ ਵੀ ਪਹਿਲਾਂ ਉਹ ਬਾਜ ਥੱਲੇ ਸੂਪ ਕਰਦਾ ਹੈ, ਥੱਲੇ ਉਹ ਡਾਈਵ ਕਰਦਾ ਹੈ ਔਰ ਆਪਣੇ ਪੰਜਿਆਂ 'ਚ ਉਸ ਬਗਲੇ ਨੂੰ ਚੁੱਕ ਕੇ ਤੁਰ ਜਾਂਦਾ ਹੈ। ਬਾਬਾ ਫਰੀਦ ਦੇਖ ਰਹੇ ਨੇ ਕਿ ਇਹ ਦਰਿਆ ਦੇ ਕੰਢੇ ਬੈਠਾ ਬਗਲਾ ਜਿਹੜਾ ਆਪਣੇ ਕੇਲ ਆਪਣੀ ਮਸਤੀ ਦੇ ਵਿੱਚ ਮਸਰੂਫ ਸੀ ਔਰ ਇਸ ਕੇਲ ਕਰੇਂਦੇ ਹੰਝ ਨੂੰ ਅਚਿੰਤੇ ਬਾਜ ਪਏ ਤਾਂ ਇੱਕਦਮ
ਬਾਬਾ ਫਰੀਦ ਦਾ ਖਿਆਲ ਆ ਜਿਹੜਾ ਇਸ ਪਾਸੇ ਗਿਆ ਕਿ ਇਵੇਂ ਹੀ ਅਸੀਂ ਜਦੋਂ ਦੁਨੀਆ ਦੇ ਵਿੱਚ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਮਸ਼ਰੂਫ ਹੁੰਦੇ ਹਾਂ ਜੀ ਤੇ ਪਤਾ ਨਹੀਂ ਕਦੋਂ ਮੌਤ ਦਾ ਬਾਜ ਆ ਕੇ ਝਪਟ ਪੈਂਦਾ ਹੈ, ਔਰ ਉਹ ਜਦੋਂ ਬਾਜ ਝਪਟਦਾ ਹੈ, ਕੇਲਾਂ ਵਿਸਰੀਆਂ ਜੋ ਮਨ ਚਿੱਤ ਨ ਚੇਤੇ ਸਨ ਸੇ ਗਾਲੀ ਰੱਬ ਕੀਆਂ, ਕਿ ਜਿਹੜੀਆਂ ਗੱਲਾਂ ਕਦੇ ਚਿੱਤ ਚੇਤੇ ਵੀ ਨਹੀਂ ਹੁੰਦੀਆਂ ਉਹ ਭਾਣਾ ਰੱਬ ਵਰਤਾ ਦਿੰਦਾ ਹੈ। ਔਰ ਅੱਜ ਸਾਰਾ ਦਿਨ ਇੱਕ ਵੈਰਾਗ ਦੀ ਕੈਫੀਅਤ ਦੇ ਵਿੱਚ ਗੁਜ਼ਰਿਆ। ਜਿਉਂ ਹੀ ਇਹ ਖਬਰ ਰਾਜਾ ਰਜ਼ਾਕ ਜੀ ਰਾਹੀਂ ਸਾਡੇ ਤੱਕ ਪਹੁੰਚੀ, ਬਾਅਦ ਦੇ ਵਿੱਚ ਤਾਂ ਕਾਲਾਂ ਔਰ ਮੈਸੇजेस ਦੀ ਜਿਹੜੀ ਹੈ ਉਹ ਝੜੀ ਸੀ ਜੀ, ਔਰ ਯਕੀਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮੈਂ ਦੇਖਦਾ ਹਾਂ ਕਿ ਕਿਵੇਂ ਇੱਕ એનર્ਜੀ ਨਾਲ ਭਰਿਆ ਹੋਇਆ ਇਨਸਾਨ ਜਿਨ੍ਹਾਂ ਦੇ ਅੰਦਰ ਇਸ ਕਿਸਮ ਦੀ ਤਾਕਤ ਜਿਹੜੀ ਕਿ ਕਦੇ ਤੁਹਾਨੂੰ ਇਹ ਨਜ਼ਰ ਹੀ ਨਹੀਂ ਆਇਆ ਕਿ ਉਹ ਥੱਕੇ ਨੇ, ਭਾਵੇਂ ਉਹਨਾਂ ਨੇ ਨਾਈਟ ਜੌਬ ਕੀਤਾ ਹੋਏ ਨਿਊ ਜਰਸੀ, ਜੇ ਉਹਨਾਂ ਨੂੰ ਅਸੀਂ ਕਹਿਣਾ ਹੈ ਕਿ 12-1 ਵਜੇ ਅਸੀਂ ਚਾਹੁੰਦੇ ਹਾਂ ਕਿ ਫਲਾਂ ਥਾਂ ਦੇ ਉੱਤੇ ਹੋਈ, ਉੱਥੇ ਉਹ ਪਹੁੰਚੇ ਹੋਏ ਨੇ। ਜੇ ਦਿਨੇ ਸਾਰੇ ਕੀਤਾ ਉਹਨਾਂ ਨੂੰ ਹੈ ਜੇ ਕਿ ਅੱਜ ਬੜੀ ਕੋਈ ਇੰਪੋਰਟੈਂਟ ਗੱਲ ਹੋਈ ਹੈ ਔਰ ਅਸੀਂ ਚਾਹੁੰਦੇ ਹਾਂ ਕਿ 9:30 ਤੋਂ 10:30 ਪੈਨਲ ਡਿਸਕਸ਼ਨ ਅਸੀਂ ਲਾਈਵ ਕਰ ਲਈਏ, ਡਾਕਟਰ ਸਾਹਿਬ ਹਾਜ਼ਰ ਹੋ ਜਾਣਗੇ। ਔਰ ਜਿਸ ਕਦਰ ਕਮਿਊਨਿਟੀ ਦੇ ਵਿੱਚ ਵੀ ਠੀਕ ਹੈ, ਹਰ ਇੱਕ ਦੀ ਪਰਸਨੈਲਿਟੀ ਚ ਜਿਹੜੀਆਂ ਸਟਰੋਂਗ ਪਰਸਨੈਲਿਟੀਜ਼ ਹੁੰਦੀਆਂ, ਕਈ ਵਾਰ ਉਹ ਕੰਟਰੋਵਰਸ਼ੀਅਲ ਵੀ ਹੁੰਦੀਆਂ, ਉਹਨਾਂ ਚ ਉਹ ਕੋਈ ਲਾਈਂਗ ਡਾਊਨ ਵਾਲਾ ਇਨਸਾਨ ਨਹੀਂ ਸੀ, ਉਹ ਚੈਲੰਜ ਵੀ ਕਰਦੇ ਸੀ। ਔਰ ਜੇ ਉਹਨਾਂ ਨੂੰ ਲੱਗੇ ਕਿ ਕੋਈ ਅੜ ਰਿਹਾ ਫਿਰ ਉਹ ਬੁਰੇ ਦੇ ਘਰ ਤੱਕ ਵੀ ਛੱਡਣ ਜਾਣ ਵਾਲਾ ਉਹਨਾਂ ਦੀ ਗੱਲ ਸੀ, ਉਹ ਗਿਵ ਅਪ ਕਰਨ ਵਾਲੀ ਨਹੀਂ ਸੀ। ਪਰ ਕੁੱਲ ਮਿਲਾ ਕੇ ਮੈਂ ਇਹ ਸਮਝਦਾ, ਮੈਨੂੰ ਯਾਦ ਨਹੀਂ ਪਹਿਲੀ ਵਾਰ ਉਹਨਾਂ ਦੇ ਨਾਲ ਕਦੋਂ ਤੇ ਕਿੱਥੇ ਮੁਲਾਕਾਤ ਹੋਈ, ਲੇਕਿਨ ਇਹਨਾਂ ਮੈਨੂੰ ਜ਼ਰੂਰ ਯਾਦ ਹੈ ਕਿ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਜਿਹਦੇ ਦੋਨੋਂ ਹੀ ਸ਼ਖਸੀਅਤਾਂ ਰਾਜਾ ਰਜ਼ਾਕ ਔਰ ਸਲੀਮ ਮਲਿਕ, ਉਹਨਾਂ ਨੇ ਪਹਿਲੀ ਵਾਰ ਸਾਨੂੰ ਆਨਰ ਕੀਤਾ, ਇੱਕ ਫੰਕਸ਼ਨ ਸਪੈਸੀਫਿਕਲੀ ਰੱਖਿਆ, ਵੱਡਾ ਬੈਨਰ ਜਿਹੜਾ ਕਿ ਪ੍ਰੋਫੈਸ਼ਨਲੀ ਪ੍ਰਿਪੇਅਰ ਕਰਵਾਇਆ ਹੋਇਆ ਸੀ ਸਾਡੇ ਨਾਂ ਦੇ ਉੱਤੇ ਵਿਦ ਦਾ ਪਿਕਚਰ, ਔਰ ਇਹ ਮੈਨੂੰ ਇਸ ਮੈਮਰੀ ਤੋਂ ਮੈਂ ਉਹਨਾਂ ਨੂੰ ਯਾਦ ਕਰ ਸਕਦਾ। ਔਰ ਫਿਰ ਕੋਈ ਐਸਾ ਮੌਕਾ ਨਹੀਂ, ਕੋਈ ਐਸੀ ਐਕਟੀਵਿਟੀ ਨਹੀਂ ਹੈ ਨਿਊਯਾਰਕ ਜਿਹਦੇ 'ਚ ਉਹਨਾਂ ਦੇ ਨਾਲ ਅਸੀਂ ਸ਼ਮੂਲੀਅਤ ਨਹੀਂ ਕੀਤੀ। ਔਰ ਜਦੋਂ ਅਸੀਂ ਆਵਾਜ਼ ਮਾਰੀ ਉਹ ਹਮੇਸ਼ਾ ਹੀ ਈਵਨ ਬੱਚੀ ਦੀ ਸ਼ਾਦੀ ਦੇ ਮੌਕੇ ਤੇ ਉਹ ਆਪਣੀ ਅਹਿਲੀਆ ਆਪਣੇ ਬੱਚਿਆਂ ਦੇ ਨਾਲ ਵਰਜੀਨੀਆ ਆਲ ਦਾ ਵੇ ਡਰਾਈਵ ਕਰਕੇ ਆਣਾ। ਉਸ ਦਿਨ ਬੜਾ ਗਰਮ ਦਿਨ ਸੀ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਇਹਨਾਂ ਨੂੰ ਕਿਉਂ ਨਹੀਂ, ਕਹਿੰਦੇ ਭਰਾ ਦਾ ਹੈ ਕਾਰਜ, ਮੈਂ ਪਿੱਛੇ ਕਿਵੇਂ ਰਵਾਂ। ਸੋ ਮੈਂ ਇਹ ਮਹਿਸੂਸ ਕਰਦਾ ਹਾਂ ਵੀ ਬਹੁਤ ਵਾਰ ਅਸੀਂ ਪਤਾ ਨਹੀਂ ਸ਼ਰਧਾਂਜਲੀਆਂ ਦੇਣ ਦੇ ਉੱਤੇ ਹੀ ਹੈ, ਕੁਛ ਨਾ ਕੁਛ ਤਾਂ ਤੁਰਿਆ ਜਾਂਦਾ ਹੈ, ਪਰ ਅੱਜ ਇਵੇਂ ਮਹਿਸੂਸ ਹੋਇਆ ਸੱਚਮੁੱਚ ਜਿਵੇਂ ਉਹ ਮਾਣ ਦੇ ਨਾਲ ਭਰਾ ਵੀ ਕਹਿੰਦੇ ਸਨ, ਦੋਸਤ ਵੀ ਸੀ। ਔਰ ਉਹ ਜਿਹੜਾ ਬੌਂਡ ਉਹਨਾਂ ਨੇ ਸਿੱਖ ਕੌਮ ਔਰ ਪਾਕਿਸਤਾਨੀ ਕੌਮ 'ਚ ਬੰਨਿਆ, ਉਸ ਬੌਂਡ ਨੂੰ ਜੋੜਿਆ, ਉਹ ਮੈਂ ਸਮਝਦਾ ਵੀ ਮੇਰੇ ਕੋਲ ਲਫ਼ਜ਼ ਨਹੀਂ ਨੇ, ਕਿਉਂਕਿ ਉਹ ਇਸ ਕਦਰ ਸਾਡਾ ਵੀ ਦੁੱਖ ਸੁੱਖ ਦਾ ਦੋਸਤ ਸਾਥੀ ਬਣੇ। ਪਰ ਨਾਲ ਦੀ ਨਾਲ ਜਿਸ ਕਦਰ ਮੂਵਮੈਂਟ ਖਾਲਿਸਤਾਨ ਦੀ ਔਰ ਕਸ਼ਮੀਰ ਦੀ ਆਜ਼ਾਦੀ ਦੀ ਉਹਨਾਂ ਦੇ ਨਾਲ ਅਖੀਰਲੀ ਮੁਲਾਕਾਤ ਜਿਹੜੀ ਹੈ ਉਹ 2 ਹਫ਼ਤੇ ਪਹਿਲਾਂ ਜਿਹੜਾ ਸੰਡੇ ਗੁਜ਼ਰਿਆ, ਇਸ ਸੰਡੇ ਤੋਂ ਪਹਿਲਾਂ 2 ਹਫ਼ਤੇ ਵੀ ਕਿਉਂ 10 ਦਿਨ ਪਹਿਲਾਂ ਪਾਕਿਸਤਾਨ ਅਮਰੀਕਨ ਸੁਸਾਇਟੀ ਆਫ ਨਿਊਯਾਰਕ ਨੇ ਜਿਹੜਾ ਲੌਂਗ ਆਈਲੈਂਡ ਹੋਟਲ ਦੇ ਵਿੱਚ ਨਿਊ ਚੈਲੰਜਸ ਟੂ ਕਸ਼ਮੀਰ ਇਸ਼ੂ, ਇਸ ਦੇ ਉੱਤੇ ਉਹਨਾਂ ਨੇ ਇੱਕ ਡਿਸਕਸ਼ਨ ਰੱਖੀ ਹੋਈ ਸੀ, ਜਿਸ ਦੇ ਵਿੱਚ ਉਹਨਾਂ ਨੇ ਮੈਨੂੰ ਸੱਦਿਆ ਸੀ ਇੱਕ ਐਜ਼ ਏ ਪੈਨਲਿਸਟ। ਪਾਕਿਸਤਾਨ ਦੀ ਕੌਂਸਲ ਜਨਰਲ ਬੀਬੀ ਆਇਸ਼ਾ ਅਲੀ ਸਨ ਔਰ ਡਾਕਟਰ ਗੁਲਾਮ ਨਬੀ ਫਾਈ, ਉਹ ਵੀ ਜਿਹੜੇ ਨੇ ਉਸ ਪੈਨਲ ਦੇ ਵਿੱਚ ਸਨ। ਔਰ ਉਸ ਦੇ ਵਿੱਚ ਉਹਨਾਂ ਨੇ ਜਿਹੜੇ ਕਮਿਊਨਿਟੀ ਐਕਟਿਵਿਸਟ ਸੀ ਉਹਨਾਂ ਨੂੰ ਵੀ 2-2 4-4 ਮਿੰਟ ਬੋਲਣ ਦਾ ਮੌਕਾ ਦਿੱਤਾ ਔਰ ਸਲੀਮ ਮਲਿਕ ਉੱਥੇ ਪਹੁੰਚੇ ਹੋਏ ਸਨ, ਉਹਨਾਂ ਨੇ ਵੀ ਐਡਰੈਸ ਕੀਤਾ। ਉਹਨਾਂ ਦਾ 4 ਮਿੰਟ ਦਾ ਐਡਰੈਸ ਹੈ। ਮੈਨੂੰ ਤਾਂ ਦੁਪਹਿਰ ਤੋਂ ਬਾਅਦ ਪਤਾ ਨਹੀਂ ਲੱਗਦਾ ਕਿ ਮੈਂ ਉਹਨਾਂ ਨੂੰ ਕਿਵੇਂ ਯਾਦ ਕਰਾਂ, ਕਿਵੇਂ ਉਹਨਾਂ ਨੂੰ ਜਿਹੜਾ ਆਪਣੀਆਂ ਯਾਦਾਂ 'ਚ ਹਮੇਸ਼ਾ ਦੇ ਲਈ ਰੱਖ ਲਾਂ। ਔਰ ਇਸ ਸਾਰੇ ਤੋਂ ਬਾਅਦ ਕਿਉਂਕਿ ਉਹ ਚੱਲਿਆ ਔਰ ਉਹੀ ਉਹਨਾਂ ਦੇ ਨਾਲ ਮੁਲਾਕਾਤ ਸੀ। ਅੱਜ ਹੀ ਸਰ ਕਿਰਪਾਲ ਸਿੰਘ ਬਿਲਿੰਗ ਜਿਹੜੇ ਸਿੱਖ ਡੈਲੀਗੇਸ਼ਨ ਦਾ ਹਿੱਸਾ ਸੀ, ਜਦੋਂ ਅਸੀਂ ਐਤਵਾਰ ਦੇ ਇਸ ਪੈਨਲ ਡਿਸਕਸ਼ਨ ਸ਼ਾਮਲ ਹੋਏ ਤਾਂ ਮੈਨੂੰ ਕਹਿਣ ਲੱਗੇ ਕਿ 2 ਦਿਨ ਪਹਿਲੇ
ਜਿਹੜੇ ਨੇ ਮੈਂ ਉਸ ਮੇਰੇ ਘਰ ਦੇ ਨੇੜੇ ਹੀ ਉਹ ਪਾਰਕ ਕਰ ਰਹੇ ਸੀ ਗੱਡੀ ਤੇ ਮੈਂ ਦੇਖਿਆ ਤੇ ਮੈਂ ਉਹ ਮੈਨੂੰ ਦੇਖ ਕੇ ਉਹ ਵੀ ਬਾਹਰ ਨਿਕਲ ਆਇਆ ਉਹਨਾਂ ਦੇ ਐਲੀਆ ਨਾਲ ਸੀ ਜੀ। ਕਹਿਣ ਲੱਗੇ ਤੁਸੀਂ ਇੱਥੇ ਕਹਿੰਦੇ ਜੀ ਮੇਰੇ ਤੋਂ 2 ਘਰ ਛੱਡ ਕੇ ਨੇ ਆ ਕੇ ਕਹਿੰਦੇ ਜੱਫੀ ਪਾ ਕੇ ਮਿਲੇ ਔਰ ਮੇਰੇ ਨਾਲ ਉਹਨਾਂ ਦੀ ਲਾਸਟ ਕਨਵਰਸੇਸ਼ਨ ਬੁੱਧਵਾਰ ਕਿਉਂਕਿ ਅਸੀਂ ਵੈਨਸਡੇ ਵਾਸ਼ਿੰਗਟਨ ਡੀਸੀ ਚਲੇ ਗਏ 2-3 ਦਿਨ ਅਸੀਂ ਪ੍ਰੋਗਰਾਮ ਨਹੀਂ ਕੀਤਾ ਜੀ। ਤੇ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਿਹਾ ਸੀ ਕਿ ਤੁਸੀਂ ਜਿਹੜਾ ਫੰਕਸ਼ਨ ਪਾਸਨੀ ਨੇ ਕੀਤਾ ਉਸ ਦੀ ਜਿਹੜੀ ਹੈ ਕਵਰੇਜ ਦਿਓ ਉਹਨਾਂ ਨੇ 2.5 ਘੰਟੇ ਦੀ ਕਵਰੇਜ ਜਿਹੜੀ ਬੁੱਧਵਾਰ ਦਿੱਤੀ ਔਰ ਉਹ ਦੇਣ ਤੋਂ ਪਹਿਲਾਂ ਮੈਂ ਵਾਸ਼ਿੰਗਟਨ ਤੋਂ ਕਾਲ ਕੀਤਾ ਮਲਕ ਸਾਹਿਬ ਨੂੰ ਮੈਂ ਕਿਹਾ ਜੀ ਅੱਜ ਇਹ ਜਿਹੜੀ ਹੈ ਟੈਲੀਕਾਸਟ ਹੋਣੀ ਹੈ ਸੋ ਤੁਸੀਂ ਵਰਡ ਵੀ ਸਪਰੈਡ ਅਰਾਊਂਡ ਕਰ ਦਿਓ ਜਿਹੜਾ ਫੇਸਬੁੱਕ ਤੇ ਔਰ ਦੂਸਰੇ ਵੀ ਔਰ ਤੁਸੀਂ ਉਹਨੂੰ ਦੇਖ ਵੀ ਲੈਣਾ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਉਹਨਾਂ ਦੀ ਕਾਪੀ ਵੀ ਭੇਜੀ ਔਰ ਇਹ ਜਸਟ ਅਜੇ 4-5 ਦਿਨ ਪਹਿਲਾਂ ਦੀ ਗੱਲ ਹੈ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਤੁਰੀਏ ਮੈਂ ਸਮਝਦਾ ਵੀ ਤੁਸੀਂ ਪਿਆਰੇ ਦੀਆਂ ਯਾਦਾਂ ਦੇ ਵਿੱਚ ਹੀ ਜਿਹੜੀ ਹੈ ਉਹ ਗਵਾਚਦੇ ਹੋ ਔਰ ਇਹ ਮੌਕਾ ਐਸਾ ਹੈ ਮੈਂ ਤਾਂ ਅੱਜ ਇਸ ਗੱਲ ਦੇ ਵੀ ਆਪਣੇ ਆਪ ਨੂੰ ਸਮਰੱਥ ਨਹੀਂ ਸੀ ਸਮਝਦਾ ਕਿ ਮੈਂ ਇਹ ਪ੍ਰੋਗਰਾਮ ਕਰ ਪਾਵਾਂਗਾ ਪਰ ਮੈਂ ਹੌਸਲਾ ਕਰਕੇ ਆਇਆ ਜ਼ਰੂਰ ਸਟੂਡੀਓ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਭਾਈ ਜਿਹੜੀ ਚੀਜ਼ ਤੁਹਾਨੂੰ ਇੰਨੀ ਪਿਆਰੀ ਹੁੰਦੀ ਹੈ ਇੰਨੀ ਅਜ਼ੀਜ਼ ਹੁੰਦੀ ਹੈ ਜਿਵੇਂ ਉਹਨਾਂ ਦੀ ਇੱਕ ਵਿਲ ਸੀ ਨਾ ਉਹ ਕਿਸੇ ਕਮਿਊਨਿਟੀ ਦੇ ਐਕਟਿਵਿਜ਼ਮ ਤੋਂ ਪਿੱਛੇ ਰਹੇ ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਫਾਈਨੈਂਸ਼ੀਅਲੀ ਵੀ ਸਟਰਗਲਿੰਗ ਸਨ ਕਿਸੇ ਸਟੇਜ ਤੇ ਉਹਨਾਂ ਦਾ ਬਹੁਤ ਚੰਗਾ ਕੰਮ ਸੀ ਔਰ ਅਮਰੀਕਾ 'ਚ ਜਿਵੇਂ ਅਸਮਾਨ ਤੋਂ ਥੱਲੇ ਆਉਣ ਵਾਲੀ ਗੱਲ ਔਰ ਦਿਨ ਰਾਤ ਮਿਹਨਤ ਵੀ ਕਰਦੇ ਸੀ ਬੱਚਿਆਂ ਬਾਰੇ ਖਾਸ ਤੌਰ ਤੇ ਆਪਣੀ ਜਿਹੜੀ ਯੰਗੈਸਟ ਬੱਚੀ ਹੈ ਕਿ ਬਹੁਤ ਪ੍ਰੋਮਿਸਿੰਗ ਕਿਡ ਹੈ ਔਰ ਉਹ ਹਮੇਸ਼ਾ ਹੀ ਔਰ ਫੈਮਿਲੀ ਓਰੀਐਂਟਡ ਜਿੱਥੇ ਉਹਨਾਂ ਨੇ ਜਾਣਾ ਆਪਣੀ ਫੈਮਿਲੀ ਨੂੰ ਵੀ ਤੇ ਫਿਰ ਉਹਨਾਂ ਨੇ ਕਹਿਣਾ ਕਿ ਜੀ ਇਹ ਵੀ ਜੇ ਬੀਬੀਆਂ ਨਾ ਖੁਸ਼ ਰਹਿਣਗੀਆਂ ਤਾਂ ਫਿਰ ਸਾਡਾ ਤੁਰੇਗਾ ਕਿਵੇਂ ਗੱਲ ਔਰ ਹਲਕਾ ਫੁਲਕਾ ਅੰਦਾਜ਼ ਵੀ ਗੱਲਬਾਤ ਵੀ ਪੰਜਾਬੀ ਹਿਊਮਰ ਵੀ ਪੱਕੇ ਪੰਜਾਬੀ ਦੀ ਐਡਵੋਕੇਟ ਵੀ ਔਰ ਉਹਨਾਂ ਦੀ ਜਦੋਂ ਸਟੇਜ ਕੰਡਕਟਿੰਗ ਉਰਦੂ ਵੀ ਫਰਾਟੇਦਾਰ ਉਰਦੂ ਅੰਗਰੇਜ਼ੀ ਤੇ ਵੀ ਉਹਨਾਂ ਦਾ ਪੂਰਾ ਆਬੂਰ ਔਰ ਜ਼ਾਹਰ ਹੈ ਕਿ ਜਦੋਂ ਉਹਨਾਂ ਨੇ ਸਾਡੇ ਪੈਨਲ ਡਿਸਕਸ਼ਨ ਪਿਛਲੇ ਪੀਰੀਅਡ ਦੇ ਵਿੱਚ ਹੌਲੀ ਇੰਨੇ ਪਪੂਲਰ ਹੋ ਗਏ ਸੀ ਉਹਨਾਂ ਨੇ ਖੁਦ ਹੀ ਕਹਿਣਾ ਡਾਕਟਰ ਸਾਹਿਬ ਕਮਾਲ ਹੈ ਪਾਕਿਸਤਾਨ ਚੋਂ ਵੀ ਮੈਨੂੰ ਕਾਲਾਂ ਆਉਂਦੀਆਂ ਨੇ ਕਿ ਜੀ ਇਸ ਲੈਵਲ ਦਾ ਪ੍ਰੋਗਰਾਮ ਕੋਈ ਨਹੀਂ ਕਰਦਾ ਔਰ ਪਹਿਲੇ 24 ਘੰਟੇ 30 ਹਜ਼ਾਰ ਵਿਊਅਰ YouTube ਦੇ ਉੱਤੇ ਔਰ ਇਹ ਉਹਨਾਂ ਨੂੰ ਖੁਸ਼ੀ ਦਿੰਦਾ ਸੀ ਔਰ ਕਦੇ ਵੀ ਔਰ ਮੈਂ ਪਿਛਲੇ ਸਾਰੇ ਪੀਰੀਅਡ ਚ ਆਏ ਦਿਨੇ ਸੱਦੋ ਰਾਤ ਸੱਦੋ ਪ੍ਰੋਗਰਾਮ ਕਦੇ ਇੱਕ ਪੈਸੇ ਦੀ ਰਵਾਦਾਰੀ ਨਹੀਂ ਮੈਂ ਸਗੋਂ ਇੱਕ ਵਾਰ ਉਹਨਾਂ ਨੂੰ ਇਹ ਕਿਹਾ ਮੈਂ ਕਿਹਾ ਜੀ ਤੁਸੀਂ ਇੱਕ ਅੱਧਾ ਘੰਟਾ ਸਾਡਾ ਪੱਕਾ ਪ੍ਰੋਗਰਾਮ ਹੀ ਲੈ ਲਓ ਕਹਿਣ ਲੱਗੇ ਜੀ ਕੋਈ ਨਹੀਂ ਕਰ ਲਿਆ ਕਰਾਂਗੇ ਮੈਂ ਕਿਹਾ ਜੀ ਤੁਸੀਂ ਕੁਛ ਤਾਂ ਤੁਹਾਡੀ ਐਕਸਪੈਕਟੇਸ਼ਨ ਵੀ ਹੋਏਗੀ ਤੇ ਉਹ ਮੈਨੂੰ ਕਹਿੰਦਾ ਵੀ ਤੁਹਾਡੇ ਕੋਲ ਜਦੋਂ ਸਮਰੱਥਾ ਹੋਏਗੀ ਨਾ ਦੇਣ ਦੀ ਮੈਨੂੰ ਪਤਾ ਹੈ ਤੁਸੀਂ ਵੀ ਸਟਰਗਲ ਕਰ ਰਹੇ ਹੋ ਤੇ ਉਦੋਂ ਫਿਰ ਕਰ ਲਾਂਗੇ ਕੋਈ ਗੱਲ ਨਹੀਂ ਹੈ ਜਦੋਂ ਤੁਸੀਂ ਕਹੋਗੇ ਸੋ ਇਸ ਕਿਸਮ ਦਾ ਬੰਦਾ ਔਰ ਉਹਨਾਂ ਦੀ ਹਰ ਹਰਕਤ ਜਿਹੜੀ ਮੇਰੀ ਹੁਣ ਅੱਖਾਂ ਦੇ ਅੱਗੋਂ ਗੁਜ਼ਰ ਰਹੀ ਹੈ ਡੇਅਰਿੰਗ ਵੀ ਅੱਜ ਦਿਨ 27 ਤਰੀਕ ਨੂੰ ਰੈਲੀ ਹੋਈ ਨਿਊਯਾਰਕ UN ਦੇ ਬਾਹਰ ਜਦੋਂ ਇਮਰਾਨ ਖਾਨ ਸਾਹਿਬ ਅੰਦਰ ਐਡਰੈਸ ਕਰ ਰਹੇ ਸੀ ਸੋ ਜ਼ਾਹਰ ਹੈ ਸਾਡੀਆਂ ਕੌਮਾਂ 'ਚ ਦੋਨੋਂ ਪਾਸੇ ਕਿਤੇ ਨਾ ਕਿਤੇ ਐਫਰਟ ਕੋਈ ਕਰਦਾ ਹੁੰਦਾ ਹੈ ਮੁੜ ਕੇ ਬਾਜ਼ੀ ਲੈਣ ਲਈ ਕੋਈ ਹੋਰ ਆ ਜਾਂਦਾ ਹੈ ਫੋਟੋ ਕੋਈ ਹੋਰ ਲਵਾ ਰਿਹਾ ਹੁੰਦਾ ਹੈ ਪੈਰ ਕੋਈ ਕਿਸੇ ਦੇ ਮਿੱਧ ਰਿਹਾ ਹੁੰਦਾ ਹੈ ਉੱਥੇ ਵੀ ਇਸ ਕਿਸਮ ਦਾ ਥੋੜਾ ਜਿਹਾ ਕ੍ਰਾਈਸਿਸ ਹੋਇਆ ਕਿਉਂਕਿ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਐਫਰਟ ਕੀਤਾ ਸੀ ਪਰ ਲੋਕਲ ਕੋਈ ਹੋਰ ਆਰਗੇਨਾਈਜ਼ ਸਟੇਜ ਦੇ ਉੱਤੇ ਉਹਨਾਂ ਨੇ ਆਲੇ ਦੁਆਲੇ ਆਪਣੇ ਬੰਦੇ ਖੜੇ ਕੀਤੇ ਹੋਏ ਸੀ ਉਹਨਾਂ ਨੂੰ ਚੜ੍ਹਨ ਨਾ ਦੇਣ ਔਰ ਮੈਂ ਵੀ ਇੱਕ ਪਾਸੇ ਆ ਕੇ ਜਾ ਕੇ ਅਸੀਂ ਖਲੋ ਗਏ ਡਾਕਟਰ 5 ਵੀ ਸੀ ਔਰ ਸਲੀਮ ਮਲਕ ਹੋਰਾਂ ਨੇ ਦੇਖਿਆ ਇਹਨਾਂ ਤੋਂ ਰਿਹਾ ਨਹੀਂ ਗਿਆ ਮੈਂ ਪਹਿਲੀ ਵਾਰ ਉਹਨਾਂ ਦਾ ਉਹ ਜਲਾਲ ਵੀ ਦੇਖਿਆ ਉਹ ਤਾਂ ਜਾ ਕੇ ਉਹਨਾਂ ਦੇ ਕਾਲਰ ਫੜਨ ਤੱਕ ਜਾਣ ਔਰ ਉਹਨਾਂ ਨੂੰ ਕਹਿ ਕੇ ਵੀ ਤੁਸੀਂ ਡੇਅਰ ਕਿਵੇਂ ਕਰ ਰਹੇ ਹੋ ਕਿ ਵੀ ਇਹ ਸਾਡੇ ਮੁਅੱਜ਼ਜ਼ ਮਹਿਮਾਨ ਥੱਲੇ ਨੇ ਔਰ ਤੁਸੀਂ ਉਹਨਾਂ ਨੂੰ ਜਿਹੜਾ ਉੱਪਰ ਆਪਣਾ ਜਿਹੜਾ ਠਕਠਕਾ ਚਲਾਇਆ ਹੋਇਆ ਮੈਂ 2 ਵਾਰ ਉਹਨਾਂ ਨੂੰ ਰੋਕ ਕੇ ਮੈਂ ਪਾਸੇ ਲੈ ਕੇ ਗਿਆ ਮੈਂ ਕਿਹਾ ਮਲਕ ਸਾਹਿਬ ਇੱਥੇ ਸਾਰੇ ਇੰਡੀਅਨ ਮੀਡੀਆ ਜਾਂ ਕੋਈ ਵੀ ਹੋਇਆ ਝਗੜਾ ਹੋਇਆ ਤੇ ਸਾਡੇ ਹੱਕ 'ਚ ਨਹੀਂ ਜਾ ਪਰ ਉਹ ਜਦੋਂ ਤੱਕ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਖੁੰਝੇ ਨਹੀਂ ਲਾ ਲਿਆ ਉਹ ਹਟੇ ਨਹੀਂ ਔਰ ਉਸ ਤੋਂ ਬਾਅਦ ਵੀ ਉਹ ਕਹਿਣ ਲੱਗੇ ਵੀ ਨਹੀਂ ਅਸੀਂ ਕਮਿਊਨਿਟੀ ਦਾ ਰੱਖ ਰਹੇ ਹਾਂ ਅਸੀਂ ਦੇਖਾਂਗੇ ਇਵੇਂ ਕਿਉਂ ਹੋ ਰਿਹਾ ਸੋ ਇੱਕ ਪਾਸਿਓਂ ਉਹਨਾਂ ਦੀ ਜਿਹੜੀ ਪੂਰੀ ਆਪਣਾ ਜਿਹੜਾ ਸਵੈਮਾਨ ਹੈ ਸੈਲਫ ਰਿਸਪੈਕਟ ਹੈ ਉਹ ਵੀ ਪੂਰਾ ਉਸ ਕਿਸਮ ਦਾ ਔਰ ਕਲੈਰਿਟੀ ਆਫ ਥਾਟ ਜਦੋਂ ਉਹਨਾਂ ਨੇ ਕਹਿਣਾ ਜੀ ਇਹ ਜਿਹੜਾ ਟ੍ਰੈਜਡੀ ਹੈ ਬੜੀ ਵੱਡੀ ਕਸ਼ਮੀਰ ਦੀ
ਪਰ ਇਹਨਾਂ ਨੇ ਸਾਡੀਆਂ ਦੋਨਾਂ ਕੌਮਾਂ ਨੂੰ ਵੀ ਇਕੱਠੇ ਕਰ ਦਿੱਤਾ ਹੈ। ਔਰ ਖਾਲਿਸਤਾਨ ਔਰ ਕਸ਼ਮੀਰ ਦੀ ਜਿਹੜੀ ਆਜ਼ਾਦੀ ਦੀ ਲਹਿਰਾਂ ਨੇ ਇਹ ਹੁਣ ਬਹੁਤ ਜ਼ੋਰ ਦੇ ਨਾਲ ਚੱਲਣਗੀਆਂ। ਜੀ ਇੰਟਰਨੈਸ਼ਨਲ ਗੱਲ ਕਰਦੇ ਆ ਉਹਨਾਂ ਨੇ ਇਹ ਕਹਿਣਾ ਕਿ ਜਦੋਂ ਵੀ ਪੈਨਲ ਡਿਸਕਸ਼ਨ 'ਚ ਉਹਨਾਂ ਨੇ ਕਹਿਣਾ ਮੇਰੀ ਕੋਸ਼ਿਸ਼ ਹੁੰਦੀ ਹੈ ਜੋ ਤੁਸੀਂ ਕਿਹਾ ਹੈ, ਉਹਨੂੰ ਮੈਂ ਰਿਪੀਟ ਨਾ ਕਰਾਂ, ਇਸ ਲਈ ਕਹਿੰਦਾ ਮੈਂ ਕਈ ਵਾਰ ਜਬਲੀਆਂ ਵੀ ਮਾਰ ਦਿੰਦਾ। ਜੀ ਕਹਿੰਦੇ ਡਿਫਰੈਂਟ ਥਾਟ। ਹਾਂ, ਪਰ ਉਹਨਾਂ ਦੇ ਵਿੱਚ ਇਹ ਹਿਊਮਿਲਿਟੀ ਉਹਨਾਂ ਨੇ ਮੈਨੂੰ ਉੱਚੀ ਥਾਂ ਰੱਖ ਕੇ ਉਹਨੂੰ ਕਹਿਣਾ ਨਹੀਂ ਅਸੀਂ ਤਾਂ ਤੁਹਾਡੇ ਤੋਂ ਸਿੱਖਦੇ ਹਾਂ। ਮੈਂ ਅੱਜ ਤੱਕ ਔਰ ਜਦੋਂ ਵੀ ਉਹਨਾਂ ਨੇ ਕਿਤੇ ਇੰਟਰੋਡਿਊਸ ਵੀ ਕਰਵਾਉਣਾ ਮੇਰੇ ਕੋਲ ਉਹ ਲਫ਼ਜ਼ ਨਹੀਂ ਨੇ ਕਿਉਂਕਿ ਮੀਆਂ ਮਿੱਠੂ ਬਣਨ ਵਾਲੀ ਗੱਲ ਬਣ ਜਾਂਦੀ ਹੈ। ਪਰ ਉਹਨਾਂ ਨੇ ਮੈਨੂੰ ਲੱਗਦਾ ਹੈ ਕਿ ਵੀ ਜਿਵੇਂ ਸਾਨੂੰ ਬਿਲਟ ਕੀਤਾ ਇੱਕ ਵੱਡੇ ਰੋਲ ਦੇ ਲਈ, ਤੇ ਵੀਰ ਮਲਕ ਜਦੋਂ ਤੁਹਾਡਾ ਵੇਲਾ ਸੀ ਹੁਣ ਤੁਸੀਂ ਕਿੱਧਰ ਤੁਰ ਗਏ ਹੋ ਛੱਡ ਕੇ। ਸੋ ਮੈਂ ਇਸ ਤੋਂ ਪਹਿਲਾਂ ਕਿ ਅੱਗੇ ਤੁਰਾਂ ਮੇਰੇ ਮਨ 'ਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਰਾਗ ਤਿਲੰਗ ਦੇ ਵਿੱਚ ਕਿ ਦੁਨੀਆ ਕਿਵੇਂ ਜਾਂ ਕਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਅਬ ਪਰਵਰਦਗਾਰ ਦੁਨੀਆ ਮੁਕਾਮ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੀਚ ਨਾਦਾਨੀ ਕਿ ਮੇਰੇ ਸਿਰ ਦੇ ਵਾਲ ਮੌਤ ਦੇ ਫਰਿਸ਼ਤੇ ਇਜ਼ਰਾਈਲ ਨੇ ਫੜੇ ਹੋਏ ਨੇ। ਮੈਂ ਇਸ ਨੂੰ ਵੀ ਡਿਸਕਸ ਕਰਾਂਗਾ, ਪਰ ਮੈਂ ਸਮਝਦਾ ਕਿ ਪਹਿਲਾਂ ਉਹਨਾਂ ਦੀ ਮੁਬਾਰਕ ਆਵਾਜ਼, ਉਹਨਾਂ ਦਾ ਥਾਟ, ਉਹਨਾਂ ਦੀ ਰਵਾਨਗੀ ਔਰ 4 ਮਿੰਟ ਦੇ ਵਿੱਚ ਉਹਨਾਂ ਨੇ ਇਨਾ ਪਾਵਰਫੁਲ ਮੈਸੇਜ, ਇਹ ਉਹਨਾਂ ਦੀ ਲਾਸਟ ਸਪੀਚ ਔਨ ਰੈਕੋਰਡ ਹੋਏਗੀ ਜਿਹੜੀ ਸਾਡੇ ਕੋਲ ਹੈ। ਉਸ ਤੋਂ ਬਾਅਦ ਉਹਨਾਂ ਨੇ ਕਿਤੇ ਐਡਰੈਸ ਕੀਤਾ ਹੋਏ ਤੇ ਮੈਨੂੰ ਨਹੀਂ ਪਤਾ ਕਿਉਂਕਿ ਇੱਕ ਸੰਡੇ ਹੀ ਵਿਚਕਾਰ ਸੀ, ਇਹ ਉਸ ਸੰਡੇ 'ਚ ਬੀਤੀ ਔਰ ਇੱਕ ਸੰਡੇ ਕੱਲ ਗੁਜ਼ਰਿਆ। ਸੋ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਇਲਾਵਾ ਕੋਈ ਹੋਰ ਉਹਨਾਂ ਦਾ ਔਨ ਰੈਕੋਰਡ ਹੋਏ। ਸੋ ਅੱਜ ਸਾਡੇ ਕੋਲ ਜਿਹੜੀਆਂ ਵੀ ਉਹਨਾਂ ਦੀਆਂ ਪਿਕਚਰਸ ਸਾਡੀ ਪੈਨਲ ਡਿਸਕਸ਼ਨ 'ਚ ਵੀ ਜਦੋਂ ਇਮਰਾਨ ਖਾਨ ਜੁਲਾਈ ਦੇ ਮਹੀਨੇ ਵਾਸ਼ਿੰਗਟਨ ਡੀਸੀ ਆਏ ਔਰ ਉਦੋਂ ਉਹ ਆਪਣੀ ਅਹਿਲੀਆ ਔਰ ਬੱਚਿਆਂ ਦੇ ਨਾਲ ਉਸ ਜਿਹੜੀ ਗੈਦਰਿੰਗ 30,000 ਤੋਂ ਜ਼ਿਆਦਾ ਪਾਕਿਸਤਾਨੀਆਂ ਦੀ ਸੀ ਉਹਦੇ 'ਚ ਵੀ ਸ਼ਮੂਲੀਅਤ ਕੀਤੀ ਔਰ ਉਹਨਾਂ ਦੇ ਬੱਚੇ ਵੀ ਨਾਲ ਸੀ ਕਿਉਂਕਿ ਉਹੀ ਦਿਨ ਸੀ ਜਿੱਦਣ ਸ਼ਾਦੀ ਸੀ ਬੱਚੀ ਦੀ ਔਰ ਉਸ ਤੋਂ ਅਗਲੇ ਦਿਨ ਉਹ ਫੰਕਸ਼ਨ ਸੀ ਔਰ ਉਹਨਾਂ ਦਾ ਜਿਹੜਾ ਉਹੀ ਸੋਹਣਾ ਚਿਹਰਾ ਫੁੱਲ ਆਫ ਲਵ, ਬਿਲਕੁਲ ਹਮੇਸ਼ਾ ਵੈਲ ਡਰੈਸਡ। ਮੈਂ ਉਹਨਾਂ ਨੂੰ ਕਹਿਣਾ ਜੀ ਤੁਹਾਡੀ ਮੈਚਿੰਗ ਜਿਹੜਾ ਸੂਟ ਔਰ ਦੂਜੇ ਤੀਜੇ, ਤੇ ਉਹਨਾਂ ਨੇ ਕਹਿਣਾ ਜੀ ਆਹੀ ਕੁਝ ਜਵਾਨੀ 'ਚ ਕਰਦੇ ਰਹੇ ਔਰ ਲਾਈਟਲੀ ਮੈਂ ਅੱਜ ਜਦੋਂ ਮੈਂ ਆਉਣ ਲਈ ਤਿਆਰ ਹੋ ਰਿਹਾ ਸੀ ਤਾਂ ਉਹਨਾਂ ਦੀ ਗਿਫਟ ਕੀਤੀ ਟਾਈ। ਮੈਨੂੰ ਇਹ ਲੱਗਾ ਕਿ ਮੈਂ ਕਿਵੇਂ ਉਹਨਾਂ ਨੂੰ ਯਾਦ ਕਰਾਂ ਔਰ ਉਹਨਾਂ ਦਾ ਸੈਂਸ ਆਫ ਹਿਊਮਰ ਵੀ। ਮੈਂ ਇੱਕ ਵਾਰ ਉਹਨਾਂ ਨੂੰ ਪੁੱਛਿਆ ਹਲਕੇ ਅੰਦਾਜ਼ 'ਚ, ਮੈਂ ਕਿਹਾ ਜੀ ਮੈਂ ਕਿਹਾ ਪਤਾ ਨਹੀਂ ਤੁਸੀਂ ਅਫੈਂਡ ਤਾਂ ਨਾ ਹੋਵੋਗੇ ਕਿ ਵੀ ਇਹ ਜਿਹੜਾ ਹੂਰਾਂ ਦਾ ਕਨਸੈਪਟ ਹੈ ਇਹ ਕੀ ਹੈ, ਇਸ ਨੂੰ ਤੁਸੀਂ, ਮੈਂ ਕਿਹਾ ਅਲਾਮਾ ਇਕਬਾਲ ਔਰਾਂ ਦੇ ਮੈਂ ਦੇਖੇ ਨੇ, ਉਹਨਾਂ ਦੀ ਇੰਟਰਪ੍ਰੀਟੇਸ਼ਨ ਇੱਕ ਡਿਫਰੈਂਟ ਹੈ ਜਿਹੜੀ ਅਦਰਵਾਈਜ਼ ਹੁੰਦੀ ਹੈ। ਤੇ ਉਹ ਹਾਸੇ ਦੇ ਮੂਡ 'ਚ ਸੀ। ਉਹ ਕਹਿੰਦੇ ਜੀ ਮੈਂ ਤਾਂ ਮੌਲਵੀਆਂ ਨੂੰ ਵੀ ਕਹਿੰਦਾ ਐਵੇਂ ਇਹ ਨਾ ਗੱਲਾਂ ਕਰਿਆ ਕਰੋ ਜਿਹੜੀਆਂ ਤੁਸੀਂ ਲੱਭਦੇ ਹੋ ਨਾ, ਤੁਹਾਡੀ ਘਰ ਵਾਲੀ ਨਹੀਂ ਮੇਕਅਪ ਕਰਕੇ ਅੱਗੇ ਬੈਠੇ ਹੋਣਾ, ਇੱਥੇ ਪਰਵਾਹ ਕਰ ਲਓ ਆਪਣੀਆਂ ਘਰ ਵਾਲੀਆਂ ਦੀ, ਅੱਗੇ ਦਾ ਕਹਿੰਦਾ ਫਿਕਰ ਛੱਡ ਦਿਓ, ਅੱਲਾਹ ਤਾਲਾ ਨੇ ਦੇਖਣਾ ਕੀ ਕਰਨਾ, ਉਹੀ ਮੇਕਅਪ ਕਰਕੇ ਬੈਠੀਆਂ ਹੋਣੀਆਂ। ਸੋ ਇਹ ਉਹਨਾਂ ਦਾ ਇੱਕ ਅੰਦਾਜ਼ ਗੱਲ ਕਰਨ ਦਾ, ਉਹਦੇ 'ਚ ਉਹਨਾਂ ਗੱਲ ਵੀ ਸਮਝਾ ਦਿੱਤੀ ਕਿ ਭਾਈ ਇਨ ਦਾ ਐਂਡ ਆਫ ਦਾ ਡੇ ਸਾਡੇ ਲਈ ਅੱਲਾਹ ਤਾਲਾ ਦਾ ਇਹੀ ਫਰਮਾਨ ਹੈ ਕਿ ਅਸੀਂ ਆਪਣੀ ਇਸ ਜ਼ਿੰਦਗੀ ਦੇ ਵਿੱਚ ਆਪਣੇ ਘਰੇਲੂ ਜ਼ਿੰਦਗੀ ਔਰ ਵੱਧ ਤੋਂ ਵੱਧ ਆਪਣੇ ਜੀਵਨ ਸਾਥੀ ਨੂੰ ਜਿਹੜਾ ਉਹ ਸੁੱਖ ਦਈਏ। ਪਰ ਮੈਂ ਅੱਗੇ ਤੁਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਉਹਨਾਂ ਦੀ ਵੀਡੀਓ ਦਿਖਾਈ ਜਾਏ। ਹਾਂ, ਪਾਕਿਸਤਾਨ ਅਮਰੀਕਨ ਸੁਸਾਇਟੀ ਆਫ ਨਿਊਯਾਰਕ ਜਿਹੜਾ ਉਹਨਾਂ ਨੇ ਐਡਰੈਸ ਕੀਤਾ ਉਸ ਨੂੰ ਦਿਖਾਇਆ ਜਾਏ ਜੀ। अस्सलाम वालेकुम, सत श्री अकाल, गुड आफ्टरनून। मैं तमाम मुअज़्ज़िज़ मेहमान गिरामी डॉक्टर सैयद ग़ुलाम नबी फ़ाए, पाकिस्तानी अमेरिकन सोसाइटी न्यूयॉर्क के सदर सैयद फ़ज़लुल हक साहब, हमारी रिसेंटली कौंसल जनरल ऑफ पाकिस्तान इन न्यूयॉर्क आयशा ख़ान, डॉक्टर अमरजीत सिंह, किसी तारुफ़ के किसी तारीफ़ के मोहताज नहीं। कश्मीर कॉज पे आज ग़ुलाम नबी फ़ाई और डॉक्टर अमरजीत सिंह, मैं समझता हूँ कि ये ओवरसीज़ डायस्पोरा में ये हम लोगों का एसेट है। इन लोगों ने, इनकी जद्दोजहद 30 सालों से ज़ायद है और ये डटे हुए मैदान में आज भी सफ़े अव्वल में नज़र आते हैं। ये मैं समझता हूँ कि पाकिस्तानी अमेरिकन, पाकिस्तानी कश्मीरी और दुनिया भर के मज़लूम जो आवाज़ें हैं उनके ये अलमबरदार हैं। ये हमेशा तशरीफ़ लाते हैं और जो जुमे को हमने पाकिस्तान की 22
سیاسی سماجی جماعتوں نے جو 30,000 سے زائد افراد وہاں پہ آئے اور ان 22 جماعتوں کی جو محنت تھی وہ رنگ لائی، اور عمران خان نے یہ جو پیغام دیا تھا نریندر مودی کی تقریر کے سامنے، پاکستانیوں نے ایک تاریخ تو مقرر رقم کی، لیکن پہلی دفعہ اوورسیز ڈائسپورا میں پاکستان کے تمام لوگ ایک پلیٹ فارم پہ نظر آئے، اور ایسا پہلی دفعہ یہ میسج وائٹ ہاؤس میں گیا، اسٹیٹ ڈپارٹمنٹ میں گیا، اور دنیا کے اقوام عالم کے یہ جو اقتصادیات کے بڑے ملک ہیں G7 G20 جو آج اکنامکس کی وجہ سے اپنی رشتہ داریاں اپنی قربت داریاں دوسرے ممالک سے کرتے ہیں، ان کو یہ ایک میسج گیا کہ یہ ضروری نہیں ہے کہ معیشت کمزور ہو کسی ملک کی تو وہ سسٹین نہیں کر سکتا۔ 5 اگست کے بعد جس طرح پاکستان کے حکمرانوں نے، پاکستان کی اپوزیشن جماعتوں نے اور پاکستان کی عوام نے اور ڈائسپورا پاکستانیوں نے جس طرح 5 اگست کے بعد پاکستان کا مقدمہ ہر آدمی نے لڑا، اور دنیا میں اگر آج آپ یقین کیجئے اگر نارتھ امریکہ کے پاکستانی، کشمیری اور ہمارے سکھ بھائی کھڑے نہیں ہوتے تو جہاں دنیا ہمارے ساتھ نہیں تھی، لوگ کہتے تھے کہ دنیا کا کوئی ملک نہیں کھڑا اور یہ امہ ایوری ویئر بٹ ناٹ سین ان اینی ویئر، امہ ممالک ہمارے ساتھ نہیں تھے، لیکن پاکستان کے 22 کروڑ لوگوں نے اور پاسنی جیسی تنظیموں نے جمعے کے اس بڑے پروٹیسٹ سے پہلے PTI، PMLN، PPP، خیبر سوسائٹی اور جتنی تنظیمیں، پاسنی، پاکولی، پسنی، لیگ آف USA، اوورسیز پاکستانی گلوبل فاؤنڈیشن، آل پاکستانی امریکن کولیشن اور تمام پاکستانی امریکن تھنک ٹینک اور تمام جماعتوں نے جن کے نام مجھے یاد نہیں آ رہے، انہوں نے ایک جھنڈے ایک قوم کے فلسفے پہ وہ تاریخ رقم کر دی۔ آج کشمیر کا مقدمہ جو ہے وہ ہم نے بلینز ڈالر خرچ کر کے بھی پوری دنیا کو پتہ نہیں چلتا کہ کشمیر کا مقدمہ کیا ہے، لیکن میں سلام کرتا ہوں ان تمام تنظیموں کو اور ان تمام 22 تنظیموں کو اور وہ تمام محب وطن پاکستانی اور ہمارے سکھ کمیونٹی کے لوگوں کو، اس لیے کہ ان کا تو کوئی مفاد نہیں ہے، لیکن جو 1984 کے بعد ان کے ساتھ ہو رہا ہے اس درد کو یہ 35 سال سے جھیل رہے ہیں اور اپنی آواز جو ہے وہ اقوام عالم کے سامنے لے کر آ رہے ہیں۔ آج ان کی آواز ہماری آواز کے ساتھ جب ملی تو دنیا میں پتہ لگ گیا کہ کشمیر اور خالصتان کا اصل مسئلہ کیا ہے، اور میں آج کے منتظمین بشمول اشرف اعظمی صاحب اور پاسنی کے تمام اکابرین کو میں خراج تحسین پیش کرتا ہوں کہ 27 سپٹمبر کے بعد ریڈیسن ہوٹل لانگ آئلینڈ میں آج یہ تقریب بہت ضروری تھی فالو اپ کے لیے، اور ہمیشہ کی طرح میں کہتا ہوں کہ پاسنی انٹلیکچوئل ذہنوں والے لوگوں کی جماعت ہے اور ہمیشہ پاکستان اور اوورسیز ڈائسپورا کے لیے کام کرتی ہے۔ جی ڈاکٹر صاحب، ساڑھے دشکاں نے سلیم ملک جی دا جو آخری ویڈیو سے وہ دیکھ لیا، ہوں تسی کی کہنا چاہو گے؟ سانوں جڑے پروارک حلقے نے انہاں والوں یہ دسیا گیا ہے کہ ملک صاحب دا جڑیاں اخیرلیاں رسماں نے جنازہ جی وہ پرسوں بدوار جڑی مقام ہے اسلامک سینٹر آف لانگ آئلینڈ 835 برش ہالو روڈ ویسٹ بری نیو یارک 11590 12:30 بجے انہاں دیاں جڑیاں اخیرلی رسم اخیرلی نماز پڑھی جاندی ہے، فاتحہ یہ ہوئے گی۔ پہلا یہ کل دا سی لیکن ہنے ہی جدوں اسی گل بات کر رہے ہیں سانوں یہ جانکاری ملی ہے کہ پرسوں ہوئے گی، اور سکھ ڈیلیگیشن بھی اس دے وچ شمولیت کرے گا، اور اسی جڑے ساڈے پاکستانی بھین بھرا اس پروگرام نال جڑے ہوئے نے اسی اپنے والوں بھی کوشش کران گے۔ میں سمجھدا بھی بہت وار جان والا تو وہ رب دا حکم ہے، کلے آوے نانکا سدے اٹھی جائے، جدوں رب بھیجدا ہے اسی آ جانے ہیں، جدوں سددا ہے تر جانے ہیں۔ بہت کچھ خاص طور تے جدوں بچے چھوٹے ہوندے نے انہاں دی ایجوکیشن، انہاں دا مینوں نہیں انہاں دی بیک گراؤنڈ دا پتہ کہ کی ہے، لیکن مینوں یہ پتہ ہے بھی کوائٹ سٹرگلنگ سی فائنینشلی، سو ادھے چنگا ہوئے گا جے ساڈے پاکستانی بھین بھرا کوئی نہ کوئی ایسا ایفرٹ کرن، کوئی نہ کوئی انہاں دے بچیاں دی ایجوکیشن دے لئی کوئی فنڈ ریزنگ ڈرائیو کوئی ہور ہوئے، اسی بھی اپنی قوم والوں ود چڑھ کے اس دے وچ پارٹیسپیٹ کران گے۔ باقی آن والے دناں چ اسی انہاں نوں ملاں گے بھی پریوار نوں کہ جو بھی مدد اسی کر سکدے ہیں وہ اسی ضرور کران گے، پر یہ جڑا نقصان ہے انہاں دے جان دا بہت وڈا، ویسے تاں جتھے رب دی رضا ہوندی ہے
ਉੱਥੇ ਕੀ ਕੋਈ ਕਰ ਸਕਦਾ ਹੈ? ਕੁਛ ਜਿਸ ਠਾਕਰ ਸਿਓ ਨਾਹੀਂ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਜਿੱਥੇ ਤੁਹਾਡਾ ਕੋਈ ਚਾਰਾ ਨਹੀਂ ਹੈ, ਉਸ ਤੇ ਆ ਕੇ ਕੋਈ ਜ਼ੋਰ ਨਹੀਂ ਚੱਲਦਾ, ਇੱਕ ਸਾਹ ਵੀ ਕੋਈ ਵਾਧੂ ਨਹੀਂ ਲੈ ਸਕਦਾ, ਉਸ ਦੀ ਰਜ਼ਾ 'ਚ ਹੈ। ਪਰ ਜਦੋਂ ਅਸੀਂ ਇਨਸਾਨ ਦੇ ਤੌਰ ਤੇ ਜਿਹੜੇ ਪਲ ਗੁਜ਼ਾਰੇ ਹੁੰਦੇ ਨੇ, ਇਨਸਾਨੀ ਮੁਹੱਬਤ ਦਾ, ਇਨਸਾਨੀ ਹਮਦਰਦੀ ਦਾ, ਉਹ ਦੇਖਿਆ ਹੁੰਦਾ ਹੈ। ਸਾਡੇ ਮਾਤਾ ਜੀ ਕਹਿੰਦੇ ਹੁੰਦੇ ਸੀ, ਰੋਂਦਾ ਤਾਂ ਕੋਈ ਆਪਣੇ ਸੁੱਖ ਨੂੰ ਹੈ। ਜੀ ਹੁਣ ਸੁੱਖ ਜਦੋਂ ਕਿਸੇ ਦੇ ਚੰਗੇ ਬੋਲ ਤੁਹਾਡੇ ਅੰਦਰ ਘਰ ਕਰਦੇ ਨੇ ਤੇ ਉਹ ਤੁਹਾਨੂੰ ਸੁੱਖ ਦਿੰਦਾ ਹੈ। ਜਦੋਂ ਤੁਸੀਂ ਕਿਸੇ ਦਾ ਸਾਥ ਤੁਹਾਨੂੰ ਖਿੜਾ ਦਿੰਦਾ ਹੈ, ਤੁਸੀਂ ਜਿਹੜਾ ਉਦਾਸੀ 'ਚ ਬੈਠੇ ਹੋ, ਕੋਈ ਆਂਦਾ ਹੈ, ਤੁਹਾਨੂੰ ਲੱਗਦਾ ਹੈ ਚਾਰ ਚਫੇਰੇ ਇੱਕ ਚਾਨਣ ਹੋ ਗਿਆ, ਇੱਕ ਖੁਸ਼ੀ ਦਾ ਫੁਹਾਰਾ ਫੁੱਟ ਪੈਂਦਾ। ਔਰ ਇਹੀ ਮਲਕ ਸਾਹਿਬ ਦੀ ਮੈਂ ਸਾਰੇ ਦਿਨ ਹੀ ਗੱਲਾਂ, ਜਦੋਂ ਅਮਰਵੀਰ ਸਿੰਘ ਨਾਲ ਪੈਨਲ ਡਿਸਕਸ਼ਨ ਵੇਲੇ ਵੀ ਉਹਨਾਂ ਕਹਿਣਾ, ਹੁਣ ਤੂੰ ਗੱਭਰੂ ਵੀ ਹੋ ਗਿਆ ਹੈ, ਕੀ ਕਰਦਾ ਹੈ, ਕੋਈ ਤੂੰ ਲੱਭ ਰਿਹਾ ਹੈ ਕਿ ਨਹੀਂ, ਤੇਰੇ ਵੇਲੇ 'ਚ ਅਸੀਂ ਤਾਂ ਕੰਧਾਂ ਟੱਪਦੇ ਹੁੰਦੇ ਸੀ, ਤੂੰ ਕੀ ਕਰਦਾ ਹੁੰਦਾ। ਸੋ ਇਸ ਕਿਸਮ ਦੀ ਹਲਕੀ ਫੁਲਕੀ ਗੱਲ ਉਹਨਾਂ ਦੇ ਨਾਲ ਜਦੋਂ ਤੁਸੀਂ ਸੀਰੀਅਸ ਆਲਮਾਂ ਦੇ ਵਿੱਚ ਬੈਠੇ ਨੇ, ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਪ੍ਰੋਗਰਾਮ ਖੁਦ ਕੰਪੇਅਰ ਕੀਤਾ, ਜਦੋਂ ਕਿ ਮਿਸਟਰ ਜ਼ੁਲਫੀ ਬੁਖਾਰੀ ਜਿਹੜੇ ਟੂਰਿਜ਼ਮ ਡਿਪਾਰਟਮੈਂਟ ਦੇ ਪੋਰਟਫੋਲੀਓ ਵੀ ਹੈ ਉਹਨਾਂ ਦੇ ਕੋਲ, ਔਰ ਉਹਨਾਂ ਦੇ ਐਡਵਾਈਜ਼ਰ ਵੀ ਇਮਰਾਨ ਖਾਨ ਸਾਹਿਬ ਦੇ UK 'ਚ ਬੇਸਡ ਨੇ, ਉਹਨਾਂ ਨੇ ਜਿਹੜਾ ਇੱਕ ਉਹਨਾਂ ਦੀ ਆਮਦ ਦੇ ਉੱਤੇ ਇੱਕ ਜਿਹੜਾ ਫੰਕਸ਼ਨ ਪਾਕਿਸਤਾਨੀ ਓਵਰਸੀਜ਼ ਕਮੇਟੀ ਵੱਲੋਂ, ਉਹਨਾਂ ਦੀ ਆਰਗੇਨਾਈਜੇਸ਼ਨ ਦਾ ਮੈਨੂੰ ਨਾਂ ਨਹੀਂ ਯਾਦ, ਉਹ ਉਹਨਾਂ ਨੇ ਅਲੀ ਬਾਬਾ ਰੈਸਟੋਰੈਂਟ 'ਚ ਰੱਖਿਆ, ਔਰ ਉਹਦੇ 'ਚ ਵੀ ਸਿੱਖ ਡੈਲੀਗੇਸ਼ਨ ਗਿਆ। ਜਿਵੇਂ ਮਲਕ ਸਾਹਿਬ ਨੇ ਸਿੱਖਾਂ ਦਾ ਕੇਸ, ਕਰਤਾਰਪੁਰ ਕੋਰੀਡੋਰ ਦਾ ਕੇਸ, ਔਰ ਕੁੱਲ ਮਿਲਾ ਕੇ ਉਹ ਜਿੱਥੇ ਵੀ ਖਲੋ ਜਾਂਦੇ ਸੀ, ਫਿਰ ਇਹ ਹੈ ਕਿ ਵੀ ਬਿਨਾਂ ਕਿਸੇ ਰੁਕਾਵਟ ਤੋਂ ਉਹਨਾਂ ਦੇ ਜਿਹੜਾ ਹਰ ਬੋਲ ਹੁੰਦਾ ਸੀ ਉਹ ਪਰਫੈਕਟ ਹੁੰਦਾ ਸੀ। ਉਹਦੇ 'ਚ ਪੋਇਟਰੀ ਵੀ, ਸ਼ੇਰੋ ਸ਼ਾਇਰੀ ਵੀ, ਵੀਕਲੀ ਕਾਲਮ ਵੀ ਉਹਨਾਂ ਨੇ ਲਿਖਣੇ, ਕਿਦੇ ਨਾਲ ਪੰਗਾ ਲਿਆ ਇਹ ਵੀ ਉਹਨਾਂ ਨੇ ਦੱਸਣਾ, ਪੰਗਾ ਲੈਣ ਦਾ ਵੀ ਸ਼ੌਕ ਰੱਖਦੇ ਸੀ। ਔਰ ਉਹ ਕਹਿੰਦੇ ਸੀ ਕਿ ਭਾਈ ਜਿਹੜਾ ਮੈਂ ਅਦਰਵਾਈਜ਼ ਤਾਂ ਕਹਿੰਦਾ ਨਹੀਂ, ਪਰ ਜਿਹਦੇ ਕਹਿੰਦੇ ਮੈਂ ਪਿੱਛੇ ਪੈ ਜਾ ਫਿਰ ਮੈਂ ਛੱਡਦਾ ਨਹੀਂ। ਇਸ ਕਰਕੇ ਕਈ ਵਾਰ ਜਿਹੜਾ ਤੁਹਾਡਾ ਵਿਰੋਧ ਵੀ ਹੁੰਦਾ, ਪਰ ਇਹ ਇਨਸਾਨ ਪੈਕੇਜ ਹੁੰਦਾ ਜਿਹਦੇ 'ਚ ਜੋ ਵੀ ਉਹ ਹੈ। ਜੇ ਕਿਸੇ 'ਚ ਲੜਨ ਭਿੜਨ ਦੀ ਸਮਰੱਥਾ ਨਾ ਹੋਏ, ਮੈਨੂੰ ਯਾਦ ਹੈ ਇੱਕ ਵਾਰ ਅਸੀਂ ਬੜੇ ਬਜ਼ੁਰਗ ਮਨੋਹਰ ਸਿੰਘ ਮਾਰਕੋਜ਼, ਉਹਨਾਂ ਦੀ 83-84 ਸਾਲ ਉਮਰ ਸੀ, ਤਾਂ ਚੜ੍ਹਾਈ ਕਰ ਗਏ, ਉਹਨਾਂ ਦੇ ਘਰ 'ਚ ਬੈਠੇ ਨਿਊਯਾਰਕ ਹੀ, ਔਰ ਹੋਰ ਵੀ 10-12 ਆਪਸ 'ਚ ਬੈਠੇ ਸੀ, ਤੇ ਸਾਰੇ ਆਪਣਾ ਕਰ ਰਹੇ ਸੀ ਕਿ ਵੀ ਸਾਡਾ ਕੀ ਬਣਨਾ ਹੈ, ਅਸੀਂ ਇੱਕ ਦੂਜੇ ਨਾਲ ਲੜਦੇ ਰਹਿੰਦੇ ਹਾਂ, ਉਹਦੀ ਲੱਤ ਖਿੱਚਦਾ, ਉਹਦੀ ਲੱਤ ਖਿੱਚਦਾ। 10 ਮਿੰਟ ਇਸ ਦੇ ਉੱਤੇ ਡਿਬੇਟ ਚੱਲਦੀ ਰਹੀ। ਤੇ ਉਹ ਇਧਰ ਜੇਲਮ ਇਲਾਕਾ ਸੀ ਉਹਨਾਂ ਦਾ, ਲਹਿੰਦੇ ਪੰਜਾਬ ਤੋਂ ਮਾਰਕੋ ਸਾਹਿਬ ਬਜ਼ੁਰਗ ਆਏ, ਤੇ ਉਹ ਉਸੇ ਅੰਦਾਜ਼ ਕਹਿੰਦੇ ਭਰਾ ਲੜਦੇ ਹੀ ਹੁੰਦੇ ਨੇ, ਭਰਾਵਾਂ ਦੀ ਲੜਾਈ ਕੋਈ ਲੜਾਈ ਥੋੜੀ ਹੁੰਦੀ ਹੈ, ਭਰਾ ਲੜਦੇ ਹੀ ਹੁੰਦੇ ਨੇ। ਸੋ ਮੈਨੂੰ ਕਈ ਵਾਰ ਇਹ ਲੱਗਦਾ ਹੁੰਦਾ ਕਿ ਵੀ ਇਹ ਵੀ ਜਿਹੜਾ ਸਾਡੀ ਖਸਲਤ ਹੁੰਦੀ ਹੈ ਕਈ ਵਾਰ ਟੱਕਰ ਲੈਣ ਦੀ, ਇਹੀ ਸਾਡੀ 5 ਦਰਿਆਵਾਂ ਦੇ ਪਾਣੀਆਂ ਦੀ ਖਸਲਤ ਹੈ। ਜੇ ਉਹ ਟੱਕਰ ਨਾ ਹੋਏ ਤੇ ਫਿਰ ਹਰ ਹਕੂਮਤ ਨੂੰ ਚੈਲੰਜ ਕਰਨਾ, ਹਰ ਨਿਜ਼ਾਮ ਦੇ ਸਾਹਮਣੇ ਖਲੋਣਾ। ਇਹ ਜਦੋਂ ਪ੍ਰੋਫੈਸਰ ਪੂਰਨ ਸਿੰਘ ਉਸ ਪੰਜਾਬ ਦੀ ਧਰਤੀ ਵੱਲ ਇਸ਼ਾਰਾ ਕਰਦੇ ਆ, ਇਹ ਗੱਲ ਕਹਿੰਦੇ ਨੇ ਕਿ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਸੋ ਇਸ ਸਾਰੇ ਚੋਂ ਮੈਂ ਤਾਂ ਇਹੀ ਦੇਖਦਾ ਕਿ ਸਲੀਮ ਮਲਕ ਸਾਹਿਬ ਦਾ ਜਾਣਾ ਸਾਡੇ ਲਈ ਬਹੁਤ ਵੱਡਾ, ਜਿਵੇਂ ਉਹਨੂੰ ਮਹਿਸੂਸ ਕੀਤਾ, ਠੀਕ ਹੈ ਜ਼ਿੰਦਗੀ 'ਚ ਬਹੁਤ ਸਾਰੇ ਸੰਬੰਧ ਬਣਦੇ ਨੇ, ਮਾਪਿਓ ਵੀ ਤੁਹਾਡੀਆਂ ਅੱਖਾਂ ਸਾਹਮਣੇ ਜਾਂਦੇ ਨੇ, ਬਹੁਤ ਅਜ਼ੀਜ਼ ਵੀ ਜਾਂਦੇ ਨੇ, ਪਰ ਜੋ ਅੱਜ ਦਰਦ ਮੈਂ ਮਹਿਸੂਸ ਕੀਤਾ, ਮੈਨੂੰ ਲੱਗਿਆ ਕਿ ਵੀ ਐਸਾ ਕੀ ਹੈ, ਕਦੇ ਉਹਨਾਂ ਦੇ ਨਾਲ ਇਹ ਵੀ ਨਹੀਂ ਹੋਇਆ ਕਿ ਕਦੇ 1 to 1 ਬਹੁਤ ਵਾਰ ਕੋਈ ਘਰਾਂ 'ਚ ਆਣਾ ਜਾਣਾ ਹੋਏ, ਕੋਈ ਇੱਥੇ ਸਟੂਡੀਓ 'ਚ ਮਿਲਦੇ ਰਹੇ ਜਾਂ ਕੌਮੀ ਸਮਾਗਮਾਂ ਦੇ ਉੱਤੇ, ਪਰ ਜਿਸ ਕਿਸਮ ਦਾ ਇੱਕ ਬੌਂਡਿੰਗ ਉਹਨਾਂ ਨੇ ਸਾਡੀ ਦੋਨਾਂ ਕੌਮਾਂ ਦੇ ਵਿੱਚ ਜੋੜੀ, ਜਿਸ ਕਿਸਮ ਦਾ ਪਿਆਰ ਦਿੱਤਾ ਹੈ। ਪਿਛਲੇ ਦਿਨਾਂ 'ਚ ਮੈਨੂੰ ਕਹਿਣ ਲੱਗੇ ਕੀ ਗੱਲ ਤੁਸੀਂ ਅੱਜ ਥੋੜੇ ਲੱਗਦੇ ਹੋ ਉਦਾਸ ਲੱਗਦੇ ਹੋ। ਮੈਂ ਕਿਹਾ ਜੀ TV 84 ਅਸੀਂ ਫਾਈਨੈਂਸ਼ੀਅਲ ਕਰੰਚ 'ਚੋਂ ਗੁਜ਼ਰ ਰਹੇ ਹਾਂ, ਔਰ ਮੈਨੂੰ ਇਹ ਠੀਕ ਨਹੀਂ ਲੱਗਦਾ ਹੁੰਦਾ ਜਦੋਂ ਤੁਸੀਂ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਨਾ ਦੇ ਸੋ। ਤੁਸੀਂ ਫਿਕਰ ਨਾ ਕਰੋ, ਤੁਸੀਂ ਰੱਖੋ ਕੋਈ ਫੰਡ ਰੇਜ਼ਿੰਗ ਇੱਥੇ,
ਜੀ 8-10 ਤੁਹਾਨੂੰ ਬਹੁਤ ਪਿਆਰ ਕਰਦੇ ਨੇ ਪਾਕਿਸਤਾਨੀ, 8-10 ਤਨਜ਼ੀਮਾਂ ਅਸੀਂ 8-10 ਟੇਬਲ ਅਸੀਂ ਲੈ ਲੈਣੇ ਨੇ ਉਹਨਾਂ ਤਨਜ਼ੀਮਾਂ ਨੇ। ਇਹ ਦੇਖੋ 5-6 ਦਿਨ ਪਹਿਲਾਂ ਦੀ ਗੱਲ। ਜੀ ਸੋ ਮੈਂ ਹੁਣ ਕਿਹੜੀ ਗੱਲ ਹੈ ਜਿਹਨੂੰ ਮੈਂ ਕਦੋਂ ਤੱਕ ਯਾਦ ਕਰਦਾ ਜੀ। ਰਹਾਂਗਾ, ਪਰ ਮੈਂ ਅਲਟੀਮੇਟਲੀ ਅਸੀਂ ਹੁਕਮ ਦੇ ਵਿੱਚ ਜੀਣ ਵਾਲੇ, ਹੁਕਮ ਮੰਨਣ ਵਾਲੇ ਰੱਬ ਦੇ ਬੰਦੇ ਹਾਂ। ਜੀ। ਔਰ ਇਹ ਕੋਈ ਚਾਰਾ ਤੇ ਗਿਲਾ ਵੀ ਨਹੀਂ ਹੈ ਕਿਸੇ ਦੇ ਉੱਤੇ। ਹੁਣ ਰੱਬ ਨੂੰ ਵੀ ਅਸੀਂ ਕੀ ਕਹਿ ਸਕਦੇ ਹਾਂ? ਇਹੀ ਹੁੰਦਾ ਕਿ ਭਾਈ ਤੂੰ ਮਰਜ਼ੀ ਕਰ, ਕਹਿ ਵੀ ਦਈਏ ਉਹਨੇ ਕਿਹੜਾ ਸੁਣਨਾ, ਆਪਣੀ ਮਰਜ਼ੀ ਕਰਨੀ, ਉਹਨੇ ਮਰਜ਼ੀ ਕਰਨੀ ਹੈ। ਜੀ ਪਰ ਮਨ ਨੂੰ ਧੀਰਜ ਦੇਣ ਲਈ ਆਪਣੇ ਆਪ ਨੂੰ, ਕਿਉਂਕਿ ਮੈਂ ਆਪਣੀ ਬੇਹਾਲੀ ਦੀ ਗੱਲ ਕਰਦਾ ਹਾਂ, ਬਹੁਤ ਸਾਰੇ ਜਿਨ੍ਹਾਂ ਦੀ ਜ਼ਿੰਦਗੀਆਂ ਨੂੰ ਉਹਨਾਂ ਨੇ ਟੱਚ ਕੀਤਾ ਹੋਵੇਗਾ, ਭਾਵੇਂ ਕਿਸੇ ਦੇ ਪੈਰ ਵੀ ਮਿੱਧੇ ਹੋਣ, ਉਹ ਵੀ ਕਹਿੰਦੇ ਹੋਣਗੇ। ਇੱਕ ਸੱਜਣ ਉਹਨਾਂ ਦੀ ਦੁਪਹਿਰੇ ਕਾਲ ਆਏ, ਕਹਿੰਦੇ ਜੀ ਹੈ ਤਾਂ ਬਹੁਤ ਮੂੰਹ ਫੱਟ ਸੀ, ਪਰ ਹੈ ਹਰ ਇੱਕ ਦੇ ਦੁੱਖ ਸੁੱਖ ਚ ਪਹੁੰਚ ਜਾਂਦੇ ਸੀ। ਜੀ ਔਰ ਇਸੇ ਤਰ੍ਹਾਂ ਇੱਕ ਹੋਰ ਸੱਜਣ ਨੇ ਵੀ, ਉਹਨਾਂ ਨੇ ਕਿਹਾ ਜੀ ਹੈ ਤਾਂ ਉਹਨਾਂ ਦੇ ਕਈ ਵਾਰੀ ਸਾਹਮਣੇ ਆਉਣ ਵੀ ਡਰ ਲੱਗਦਾ ਸੀ, ਪਰ ਉਹਨਾਂ ਚ ਜਿਹੜਾ ਉਹ ਹਰ ਇੱਕ ਦੇ ਦੁੱਖ ਸੁੱਖ ਦੇ ਸਾਥੀ ਸੀ। ਸੋ ਮੈਂ ਉਹਨਾਂ ਨੂੰ ਕੀ ਟ੍ਰਿਬਿਊਟ ਦੇ ਸਕਦਾ। ਇਹ ਸ਼ਬਦ ਜਿਹੜਾ ਅਸੀਂ ਬਾਬਾ ਫਰੀਦ ਜੀ ਤੋਂ ਸ਼ੁਰੂ ਕੀਤੀ ਗੱਲ ਇਸ ਸੈਗਮੈਂਟ ਦੀ, ਔਰ ਅੱਜ ਦਾ ਸਾਰਾ ਹੀ ਪ੍ਰੋਗਰਾਮ ਸਾਡੇ ਅਜ਼ੀਜ਼ ਭਰਾ ਦੋਸਤ ਸਲੀਮ ਮਲਕ ਦੇ ਨਾਂ। ਜੀ ਔਰ ਇਸ ਨੂੰ ਮੈਂ ਕਨਕਲੂਡ ਕਰਾਂ ਬਾਬਾ ਨਾਨਕ, ਉਹਨਾਂ ਦਾ ਕਲਾਮ, ਉਹਨਾਂ ਦੀ ਬਾਣੀ ਜਿਹੜੀ ਕਿ ਜਿਸ 'ਚ 18-19 ਜ਼ਬਾਨਾਂ ਨੇ, ਅੱਡ-ਅੱਡ ਸ਼ਬਦ ਉਹਨਾਂ ਦੇ ਨੇ। ਉਸ ਪੀਰੀਅਡ 'ਚ, ਕਿਉਂਕਿ ਅਮੀਰ ਖੁਸਰੋ ਤੋਂ ਬਾਅਦ ਔਰ ਉਸ ਪੀਰੀਅਡ 'ਚ 13ਵੀਂ-14ਵੀਂ ਸਦੀ ਦੇ ਵਿੱਚ ਜਿਹੜਾ ਇੱਕ ਨਵੀਂ ਜ਼ਬਾਨ ਜਿਸ ਨੂੰ ਅੱਜ ਉਰਦੂ ਕਿਹਾ ਜਾਂਦਾ ਹੈ, ਹਾਲਾਂਕਿ ਇਹਨੂੰ ਲਸ਼ਕਰ ਦੀ ਜ਼ਬਾਨ ਕਹਿੰਦੇ ਸੀ, ਔਰ ਦਿੱਲੀ ਦੇ ਵਿੱਚ ਅਜੇ ਵੀ ਇੱਕ ਉਰਦੂ ਬਾਜ਼ਾਰ ਹੈ ਕਿਉਂਕਿ ਉੱਥੇ ਲਸ਼ਕਰ ਬੇਸਡ ਸੀ, ਔਰ ਇਹ ਅੱਜ ਤਾਂ ਇਹ ਫੁੱਲ ਫਲੈਜਡ ਲੈਂਗੁਏਜ ਹੈ। ਇਹ ਵੱਖਰੀ ਗੱਲ ਹੈ ਕਿ ਇੰਡੀਆ 'ਚ ਇਹਦਾ ਬਿਸਤਰਾ ਗੋਲ ਕਰ ਦਿੱਤਾ ਹੈ। ਈਵਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵੀ ਜਿਹੜਾ ਉਰਦੂ ਡਿਪਾਰਟਮੈਂਟ ਸੀ ਉਹ ਉਹਨਾਂ ਨੇ ਫੋਰਨ ਲੈਂਗੁਏਜ ਦੇ ਵਿੱਚ ਮਰਜ ਕਰ ਦਿੱਤਾ ਹੈ। ਔਰ ਇਹ ਇਵੋਲਵ ਹੋ ਰਹੀ ਸੀ ਜਿਹਦੇ 'ਚ ਕਿ ਫਾਰਸੀ ਦੀ ਬਹੁਤਿਆਤ ਹੈ, ਫਾਰਸੀ ਲਫ਼ਜ਼ਾਂ ਦੀ, ਉਰਦੂ ਦਾ ਇੱਕ ਰੰਗ ਹੈ, ਔਰ ਜ਼ਾਹਰ ਹੈ ਕਿ ਹਕੀਕਤ ਜ਼ਿੰਦਗੀ ਦੀ ਕਿ ਕਿਵੇਂ ਇਹ ਦੁਨੀਆ ਆਉਣ ਜਾਣ ਵਾਲੀ ਹੈ, ਇਹਦੇ 'ਚ ਕੋਈ ਬੈਠਾ ਨਹੀਂ ਰਿਹਾ। ਔਰ ਸਾਡੇ ਸਭ ਦੇ ਸਿਰ ਦੇ ਵਾਲ ਜਿਹੜੇ ਨੇ ਉਹ ਮੌਤ ਦੇ ਫਰਿਸ਼ਤੇ ਨੇ ਫੜੇ ਹੋਏ ਨੇ, ਪਰ ਸਾਨੂੰ ਇਹ ਯਾਦ ਹੀ ਨਹੀਂ ਹੈ। ਔਰ ਇਹ ਰਾਗ ਤਨੰਗ ਮਹੱਲਾ ਪਹਿਲਾ, ਘਰ ਪਹਿਲਾ ਸ਼ਬਦ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ, ਜਿਹੜਾ ਕਿ ਸਾਡਾ, ਜਿਹਨੂੰ ਅਸੀਂ ਬੇਸਿਕ ਕਹਿੰਦੇ ਆ। ਔਰ ਬਹੁਤ ਸਾਰੇ ਸ਼ਬਦਾਂ ਦੇ ਵਿੱਚ ਇਹ ਜਿਹੜਾ ਇੱਕ ਹਮੇਸ਼ਾ ਹੀ ਇਸਤੇਮਾਲ ਹੁੰਦਾ ਹੈ ਕਿ ਤੇ ਬਰੀਫ ਹੁੰਦਾ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਔਰ ਇਹਦਾ ਮਤਲਬ ਇਹ ਹੈ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਗੋਚਰੇ ਕਿ ਇੱਕੋ ਇੱਕ ਰੱਬ ਹੈ, ਉਹੀ ਵਾਹਿਦ ਹੈ, ਉਸ ਦਾ ਕੋਈ ਸ਼ਰੀਕ ਨਹੀਂ ਹੋ ਸਕਦਾ। ਉਹਦਾ ਨਾਂ ਸੱਚਾ ਹੈ, ਉਹ ਸਾਰੀ ਦੁਨੀਆ ਨੂੰ ਬਣਾਉਣ ਵਾਲਾ ਹੈ, ਉਹ ਕਿਸੇ ਦੇ ਖੌਫ 'ਚ ਨਹੀਂ ਆਉਂਦਾ, ਉਹ ਕਿਸੇ ਦੇ ਨਾਲ ਵੈਰ ਨਹੀਂ ਕਮਾਉਂਦਾ, ਉਹ ਕਦੇ ਪੈਦਾ ਨਹੀਂ ਹੁੰਦਾ, ਔਰ ਉਸ ਦੀ ਕੋਈ ਸ਼ਕਲ ਸੂਰਤ ਨਹੀਂ ਹੈ, ਉਹ ਸੈਲਫ ਇਲੂਮੀਨੇਟਡ ਹੈ, ਔਰ ਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਉਸ ਦੇ ਨਾਲ ਮਿਲਾਪ ਹੁੰਦਾ ਹੈ। ਔਰ ਇਹ ਸ਼ਬਦ ਹੈ ਕਿ ਯਕ ਅਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇऐਬ परवरदिगार दुनिया मुकाम फ़ानी तहकीक दिलदानी मम सर मुए अज़राइल गिरफ्ते दिल हेच नादानी जन पिसर पिदर बिरादर कस नेस दस्तंगीर आखिर बिहफ्तन कस न दारद चूं शबद तकबीर शब रोज गश्तम दर हवा करदेम बदी ख्याल गाहे न नेकी कार करदम मम इन चिरी हवाल बदबख्त हम चू बखील गाफल बेनजर बेबाक नानक बगोयद जन तेरा तेरे चाकरा पै खाक के हे वाहिगुरु हे अल्लाह ताला यक अर्ज गुफ्तम पेश तो दर मैं तेरी कचहरी दे विच तेरे दरबार दे विच एक अर्ज गुजारदा है पेश कर रहे हैं अर्ज कर रहे हैं यक अर्ज गुफ्तम पेश तो दर गोश कुन करतार जरा कन नेड़े करके सुन हक्का कबीर करीम तू बेऐब परवरदिगार कि तू हक है सच है तू कबीर है महान है
ਤੂੰ ਦਇਆ ਕਰਨ ਵਾਲਾ ਹੈ, ਹੱਕਾ ਕਬੀਰ ਕਰੀਮ, ਤੂੰ ਬੇਐਬ, ਤੇਰੇ 'ਚ ਕੋਈ ਐਬ ਨਹੀਂ, ਤੂੰ ਹਰ ਇੱਕ ਦੀ ਪਰਵਰਿਸ਼ ਕਰਨ ਵਾਲਾ ਹੈ, ਹਰ ਇੱਕ ਦਾ ਪ੍ਰਤਪਾਲਕ ਹੈ, ਬੇਐਬ ਪਰਵਰਦਗਾਰ। ਤੇ ਫਿਰ ਯਾਦ ਦਹਾਨੀ ਕਰਾਈ ਸਾਡੇ ਵਰਗਿਆਂ ਨੂੰ, ਦੁਨੀਆ ਮੁਕਾਮ ਫਾਨੀ। ਜੀ ਇਹ ਜਿਹੜੀ ਦੁਨੀਆ ਹੈ ਇਹ ਮੁਕਾਮ ਫਾਨੀ ਹੈ, ਟ੍ਰਾਂਜ਼ਿਟਰੀ ਹੈ। ਇੱਥੇ ਕੋਈ ਵੀ ਜਿਹੜਾ ਆਇਆ ਹੈ ਉਹਨੇ ਨਹੀਂ ਰਹਿਣਾ। ਦੁਨੀਆ ਮੁਕਾਮ ਫਾਨੀ, ਤਹਿਕੀਕ ਦਿਲਦਾਨੀ, ਕਿ ਇਹ ਆਪਣੇ ਮਨ ਦੇ ਅੰਦਰ ਇਸ ਦਾਣਾਈ, ਇਸ ਸਿਆਣਪ ਨੂੰ ਦੇਖ, ਤਹਿਕੀਕ ਕਰ, ਜੀ ਯਕੀਨ ਕਰ ਕਿ ਦੁਨੀਆ ਮੁਕਾਮ ਫਾਨੀ, ਕਿ ਇਹ ਦੁਨੀਆ ਮੁਕਾਮ ਜਿਹੜਾ ਹੈ ਇਹ ਫਾਨੀ ਹੈ, ਨਾਸਵੰਤ ਹੈ, ਨਾਸ ਹੋਣ ਵਾਲਾ ਹੈ। ਤਹਿਕੀਕ ਦਿਲਦਾਨੀ, ਮਮ ਸਰ ਮੂਏ, ਮੂਏ ਕਹਿੰਦੇ ਨੇ ਵਾਲਾਂ ਨੂੰ, ਮੇਰੇ ਸਿਰ ਦੇ ਵਾਲ, ਮਮ ਸਰ ਮੂਏ ਇਜ਼ਰਾਈਲ ਗ੍ਰਿਫਤੇ। ਹੁਣ ਜ਼ਾਹਰ ਹੈ ਕਿ ਇਜ਼ਰਾਈਲ ਮੌਤ ਦਾ ਫਰਿਸ਼ਤਾ ਹੈ। ਚਾਰੋਂ ਹੀ ਜਿਹੜੇ ਸੈਮੈਟਿਕ ਮਜ਼ਹਬ ਨੇ, ਜੂਡਿਜ਼ਮ ਚ ਵੀ, ਇਸਲਾਮ ਚ ਵੀ, ਕ੍ਰਿਸਚੀਅਨਿਟੀ ਚ ਵੀ, ਜੀ ਔਰ ਕਿ ਉਹ ਆਂਦਾ ਹੈ ਜਦੋਂ ਅਖੀਰ ਵੇਲੇ ਤੇ ਲੈ ਜਾਂਦਾ ਹੈ। ਸਾਡੇ ਈਸਟ ਦੇ ਵਿੱਚ ਯਮਰਾਜ, ਮੌਤ ਦਾ ਫਰਿਸ਼ਤਾ, ਧਰਮਰਾਜ, ਜਮਦੂਤ, ਪਰ ਅਲਟੀਮੇਟਲੀ ਇਹ ਯਾਦ ਦਹਾਨੀ ਹੈ ਕਿ ਮੌਤ ਤੁਹਾਡੇ ਸਿਰ ਤੇ ਮੰਡਰਾ ਰਹੀ ਹੈ। ਮਮ ਸਰ ਮੂਏ, ਮਲਕ ਸਾਹਿਬ ਹਾਰਟ ਅਟੈਕ, ਕੋਈ ਇਸ ਕਿਸਮ ਦਾ ਤੁਹਾਨੂੰ ਕਦੇ ਨਜ਼ਰ ਹੀ ਨਹੀਂ ਆਇਆ ਕਿ ਕੋਈ ਬਿਮਾਰ ਸੀ। ਹਾਂ, ਸੋ ਇਹ ਹੈ ਵੀ ਮੌਤ ਮੰਡਰਾ ਰਹੀ ਹੈ, ਪਤਾ ਨਹੀਂ ਉਹਨੇ ਕਿਸ ਨੂੰ ਝਪਟ ਕੇ ਲੈ ਲੈਣਾ ਹੈ। ਮਮ ਸਰ ਮੂਏ ਇਜ਼ਰਾਈਲ ਗ੍ਰਿਫਤੇ, ਦਿਲ ਹੀਚ ਨਾਦਾਨੀ, ਇਹ ਮੇਰੇ ਦਿਲ ਤੂੰ ਨਾਦਾਨ ਬਣਿਆ ਹੋਇਆ। ਇਸ ਗੱਲ ਨੂੰ ਵਿਚਾਰ ਕਿ ਅਲਟੀਮੇਟਲੀ ਮੌਤ ਤੇਰੇ ਸਿਰ ਤੇ ਮੰਡਰਾ ਰਹੀ ਹੈ। ਜ਼ਨ ਪਿਸਰ ਪਿਦਰ ਬਿਰਾਦਰਾਂ, ਕਸ ਨੇਸ ਦਸਤੰਗੀਰ, ਜ਼ਨ ਔਰਤ ਹੈ, ਪੁੱਤਰ ਹੈ, ਪਿਓ ਹੈ, ਭਰਾ ਹੈ, ਬਿਰਾਦਰ ਹੈ, ਕਸ ਨੇਸ ਕੇ ਅਖੀਰ ਵੇਲੇ ਕਿਸੇ ਨੇ ਤੇਰਾ ਦਸਤ ਨਹੀਂ ਫੜਨਾ, ਤੇਰਾ ਹੱਥ ਨਹੀਂ ਫੜਨਾ। ਜ਼ਨ ਪਿਸਰ ਪਦਰ ਬਿਰਾਦਰਾਂ, ਕਸ ਨੇਸ ਦਸਤੰਗੀਰ, ਆਖਰ ਬਿਹਫਤਮ ਕਸ ਨਦਾਰਤ, ਚੂੰ ਸ਼ਬਦ ਤਕਬੀਰ। ਤਕਬੀਰ ਅਖੀਰਲੀ ਨਮਾਜ਼ ਹੁੰਦੀ ਹੈ ਕਿ ਵੀ ਜਦੋਂ ਇਹ ਅਖੀਰਲਾ ਜਨਾਜ਼ਾ ਪੜਿਆ ਗਿਆ, ਅਖੀਰਲੀ ਨਮਾਜ਼ ਹੋ ਗਈ ਤੇ ਕਿਸੇ ਦਾ ਕੋਈ ਭੈਣ ਭਰਾ, ਕੋਈ ਸਬੰਧ ਨਹੀਂ ਰਹਿੰਦਾ, ਕੋਈ ਉਸ ਵੇਲੇ ਨਾਲ ਜਿਹੜਾ ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੀਮ ਬਦੀ ਖਿਆਲ। ਇਹਦੇ ਬਾਵਜੂਦ ਸ਼ਬ ਰੋਜ਼ ਦਿਨ ਰਾਤ ਤੂੰ ਮਾੜੇ ਖਿਆਲਾਂ 'ਚ ਹੀ ਰਹਿੰਦਾ। ਇਹ ਸਮਝਾਇਆ ਇਨਸਾਨ ਨੂੰ, ਸ਼ਬ ਰੋਜ਼ ਗਸ਼ਤਮ ਦਰ ਹਵਾ ਕਰਦੀਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਿਨੀ ਹਵਾਲ, ਕਿ ਵੀ ਕਦੇ ਤੈਨੂੰ ਚੰਗੇ ਖਿਆਲ ਨਹੀਂ ਆਉਂਦੇ। ਤੂੰ ਵੀ ਦੇਖ, ਇਹ ਜੋ ਜਾ ਰਿਹਾ ਦੁਨੀਆ ਤੋਂ ਚਲਾ ਗਿਆ, ਇਹੀ ਚਿਨੀ ਹਵਾਲ, ਤੇਰਾ ਵੀ ਇਹੀ ਹਾਲ ਹੋਣਾ, ਐਵੇਂ ਹੀ ਤੂੰ ਡਿੱਗਣਾ। ਔਰ ਇਹਦੇ ਬਾਵਜੂਦ ਜਿਹੜਾ ਤੂੰ ਚੰਗੇ ਖਿਆਲ, ਚੰਗਾ ਜੀਵਨ ਕਿਉਂ ਨਹੀਂ ਜਿੰਦਾ। ਬਦਬਖਤ ਹਮ ਚੂੰ ਬਖੀਲ ਗਾਫਲ ਬੇਨਜ਼ਰ ਬੇਬਾਕ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਮੈਂ ਬਦਕਿਸਮਤ, ਬਦਬਖਤ ਹਮ ਚੂੰ ਬਖੀਲ, ਚੁਗਲੀਆਂ ਕਰਨ ਵਾਲਾ, ਗਾਫਲ ਸੁੱਤਾ ਹੈ, ਮੈਨੂੰ ਇਸ ਗੱਲ ਦੀ ਯਾਦ ਦਹਾਨੀ ਨਹੀਂ ਹੈ ਕਿ ਮੈਂ ਵੀ ਜਾਣਾ ਹੈ। ਬਦਬਖਤ ਹਮ ਚੂੰ ਬਖੀਲ ਗਾਫਿਲ ਬੇਨਜ਼ਰ ਬੇਬਾਕ, ਬਿਨਾਂ ਸ਼ਰਮ ਤੋਂ, ਬਿਨਾਂ ਨਿਸ਼ੰਗ ਹੋ ਕੇ ਮੈਂ ਆਪਣੀਆਂ ਕਰਤੂਤਾਂ ਕਰ ਰਿਹਾ। ਔਰ ਇਸ ਸਾਰੇ ਦੇ ਨਾਲ ਨਾਨਕ ਬਗੋਇਦ ਜਨ ਤੁਰਾ, ਤੇਰੇ ਚਾਕਰਾਂ ਪੈ ਖਾਕ। ਕਿ ਨਾਨਕ ਪਹਿਲੇ ਪਾਤਸ਼ਾਹ ਬਾਬਾ ਨਾਨਕ ਫਰਮਾਉਂਦੇ ਨੇ, ਬਗੋਇਦ ਕਹਿ ਰਹੇ ਨੇ, ਜਨ ਤੁਰਾ, ਕਿ ਹੇ ਵਾਹਿਗੁਰੂ, ਹੇ ਅੱਲਾਹ ਤਾਲਾ, ਮੈਨੂੰ ਮੇਰੇ ਤੇ ਕਰਮ ਫਰਮਾ, ਤੇਰੇ ਚਾਕਰਾਂ ਪੈ ਖਾਕ, ਕੇ ਜਿਹੜੇ ਤੇਰੇ ਨਾਲ ਜੁੜੇ ਹੋਏ ਨੇ, ਜਿਨ੍ਹਾਂ ਨੂੰ ਤੂੰ ਨਹੀਂ ਭੁੱਲਦਾ ਕਦੇ, ਜਿਹੜੇ ਹਮੇਸ਼ਾ ਹੀ ਤੈਨੂੰ ਯਾਦ ਰੱਖਦੇ ਨੇ, ਮੈਂ ਉਹਨਾਂ ਦੇ ਪੈਰਾਂ ਦੀ ਖਾਕ ਹੋ ਜਾ, ਮੈਂ ਉਹਨਾਂ ਦੇ ਪੈਰਾਂ ਦੀ ਮਿੱਟੀ ਹੋ ਜਾ। ਸੋ ਅਸੀਂ ਰੱਬ ਦੇ ਚਰਨਾਂ ਦੇ ਵਿੱਚ, ਦਰਗਾਹ ਦੇ ਵਿੱਚ ਇਹੀ ਅਰਦਾਸ ਕਰ ਸਕਦੇ ਹਾਂ ਕਿ ਅਸੀਂ ਦੁਨੀਆ 'ਚ ਆਏ, ਹਰ ਇੱਕ ਨੇ ਆਪਣਾ ਜੀਵਨ ਗੁਜ਼ਾਰਿਆ। ਅੱਲਾ ਜਾਣਦਾ ਹੈ, ਰੱਬ ਜਾਣਦਾ ਹੈ ਕਿ ਇਸ ਦਾ ਕੀ ਪ੍ਰਵਾਨ ਹੈ, ਕਿਸ ਦਾ ਕੀ ਨਾ ਪ੍ਰਵਾਨ ਹੈ, ਪਰ ਅਲਟੀਮੇਟਲੀ ਜਦੋਂ ਰੱਬ ਦੇ ਕੋਲ ਕੋਈ ਪਹੁੰਚ ਜਾਂਦਾ ਹੈ ਤੇ ਫਿਰ ਅਸੀਂ ਇਹੀ ਮੰਗਦੇ ਹਾਂ, ਦੁਆ ਮੰਗਦੇ ਹਾਂ ਕਿ ਰੱਬ ਉਹਨਾਂ ਨੂੰ, ਜੇ ਉਸ ਸਾਰੇ 'ਚ ਜਦੋਂ ਅਸੀਂ ਅਮਨ ਦੀ ਗੱਲ ਕਰਦੇ ਹਾਂ, ਹਮੇਸ਼ਾ ਜਿਹੜਾ ਫॉर ਐਵਰ, ਜਦੋਂ ਨੀਂਦ ਨੂੰ ਵੀ ਕਿਹਾ ਜਾਂਦਾ ਹੈ, ਮੌਤ ਦੇ ਨਾਲ ਕੰਪੇਅਰ ਕੀਤਾ ਜਾਂਦਾ ਹੈ ਕਿ ਜਿਹੜੀ ਮੌਤ ਹੈ ਐਵਰ ਲਾਸਟਿੰਗ ਸਲੀਪ ਹੈ। ਜਿਵੇਂ ਸਲੀਪ ਰਾਹਤ ਦਿੰਦੀ ਹੈ, ਮੌਤ ਵੀ ਕਿਤੇ ਨਾ ਕਿਤੇ ਰਾਹਤ ਵੀ ਦਿੰਦੀ ਹੈ, ਲੇਕਿਨ ਜਿਹੜੇ ਪਿੱਛੇ ਰਹਿ ਜਾਂਦੇ ਨੇ ਉਹਨਾਂ ਦੇ ਲਈ ਯਾਦਾਂ ਨੇ। ਔਰ ਉਹਨਾਂ ਦੇ ਲਈ ਖਾਸ ਤੌਰ ਤੇ ਮੈਂ ਉਹਨਾਂ ਦੇ ਅਹਿਲੀਆ ਔਰ ਉਹਨਾਂ ਦੇ ਬੱਚੇ
ਉਹਨਾਂ ਦੇ ਲਈ ਮੈਂ ਮਹਿਸੂਸ ਕਰਦਾ ਰੱਬ ਉਹਨਾਂ ਨੂੰ ਤੌਫੀਕ ਦੇ, ਹਿੰਮਤ ਦੇ ਜੀ ਕਿ ਉਹ ਕਾਮਯਾਬੀ ਦੇ ਨਾਲ ਜ਼ਿੰਦਗੀ ਨੂੰ ਉਵੇਂ ਹੀ ਜਿਵੇਂ ਮਲਕ ਸਾਹਿਬ ਨੇ ਜ਼ਿੰਦਗੀ ਨੂੰ ਇੱਕ ਚੈਲੰਜ ਸਮਝਿਆ ਆਲਵੇਜ਼, ਇਹੋ ਜਿਹਾ ਹੀ ਜਿਹੜਾ ਹੈ ਉਹਨਾਂ ਦਾ ਜੀਵਨ ਹੋਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।